ਇਹੋ ਜੀ ਜਿਹੜੀ ਭਰਵੀਂ ਰਾਜਨੀਤਿਕ ਸਰਗਰਮੀ ਹੈ ਜਿਹੜੀ ਉਹ ਸ਼ਾਇਦ 1984 ਤੋਂ ਬਾਅਦ ਹੁਣ ਦੇਖਣ ਨੂੰ ਮਿਲੀ ਆ। ਡਾਇਸਪੋਰਾ ਕਿਵੇਂ ਬਚਿਆ? ਗੁਰੂ ਘਰ ਤੋਂ ਬਿਨਾਂ ਡਾਇਸਪੋਰਾ ਬਚ ਨਹੀਂ ਸਕਦਾ। ਡਾਇਸਪੋਰੇ ਨੇ ਹੁਣ ਤੱਕ ਪੱਛਮੀ ਸੱਭਿਆਚਾਰ ਦੇ ਵਿੱਚ ਜਜ਼ਬ ਹੋ ਜਾਣਾ ਸੀਗਾ ਤੇ ਆਪਦੀ ਹੋਂਦ ਗਵਾ ਲੈਣੀ ਸੀ, ਪਰ ਡਾਇਸਪੋਰਾ ਸਰਵਾਈਵ ਹੀ ਨਹੀਂ ਕਰ ਰਿਹਾ, ਥਰਾਈਵ ਵੀ ਕਰ ਰਿਹਾ। ਕਿਸੇ ਵੀ ਕੌਮ ਦੀ ਸਪਿਰਿਟ ਹੈ ਜਿਹੜੀ ਉਸ ਸੰਘਰਸ਼ਾਂ ਦੇ ਰਾਹੀਂ ਹੀ ਨਿਖਰਦੀ ਹੈ। ਜਦੋਂ ਕੋਈ ਕੌਮ ਸੰਘਰਸ਼ ਤੋਂ ਟੁੱਟ ਜਾਂਦੀ ਹੈ ਉਦੋਂ ਫਿਰ ਉਹਦੀ ਸਪਿਰਿਟ ਉਹ ਵੀ ਧੁੰਦਲੀ ਪੈਣੀ ਸ਼ੁਰੂ ਹੋ ਜਾਂਦੀ ਹੈ, ਉਹ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਕੌਮ ਜਿਹੜੀ ਉਹ ਰਸਾਤਲ ਦੇ ਵਿੱਚ ਚਲੀ ਜਾਂਦੀ ਹੈ। ਜਿੰਨਾ ਸਰਕਾਰ ਜ਼ਬਰ ਕਰੂਗੀ, ਇਹੀ ਸਾਡਾ ਇਤਿਹਾਸ ਹੈ ਕਿ ਜਿੰਨਾ ਜ਼ਬਰ ਹੁੰਦਾ ਓਨਾ ਹੀ ਸਾਡਾ ਸੰਘਰਸ਼ ਜਿਹੜਾ ਹੋਰ ਨਿਖਰਦਾ, ਓਨੀ ਸਾਡੀ ਚੇਤਨਾ ਜਿਹੜੀ ਹੈ ਉਹ ਹੋਰ ਪ੍ਰਬੁੱਧ ਹੁੰਦੀ ਹੈ, ਤੀਖਣ ਹੁੰਦੀ ਹੈ ਤੇ ਸੰਘਰਸ਼ ਨੂੰ ਉਹ ਹੋਰ ਬੁਲੰਦੀ ਵੱਲ ਨੂੰ ਲੈ ਜਾਂਦੀ ਹੈ। ਸਿੱਖ ਨਜ਼ਰੀਆ ਚੈਨਲ ਨਾਲ ਸਾਰੇ ਜੁੜੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਗੱਲਬਾਤ ਦਾ ਜੋ ਅੱਜ ਵਿਸ਼ਾ ਆ ਉਹ ਕਿਸਾਨੀ ਸੰਘਰਸ਼ ਆ, ਜਿਹੜੇ 1 ਸਾਲ ਹੋ ਚੁੱਕਾ ਅੱਜ ਦਿੱਲੀ ਦੇ ਬਾਰਡਰ ਤੇ ਕਿਸਾਨੀ ਸੰਘਰਸ਼ ਚੱਲਦੇ ਨੇ, ਤੇ ਜਿਹੜੇ ਨਤੀਜੇ ਇਹਦੇ ਪਿਛਲੇ ਦਿਨੀ ਜੋ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਉਸ ਤੋਂ ਲੱਗਦਾ ਕਿ ਨਤੀਜੇ ਇਸ ਦੇ ਸਾਰਥਕ ਨਿਕਲਣਗੇ। ਤਾਂ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਨੇ ਪ੍ਰਭ ਸ਼ਰਨਬੀਰ ਸਿੰਘ, ਜੋ ਪੰਜਾਬ ਰਹਿੰਦਿਆਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਸਰਗਰਮ ਰਹੇ ਨੇ ਤੇ ਹੁਣ ਕੈਨੇਡਾ ਜਾ ਕੇ ਵੀ ਸਿੱਖ ਮੁੱਦਿਆਂ ਉੱਤੇ ਪੰਜਾਬ ਦੀ ਰਾਜਨੀਤੀ ਉੱਪਰ ਜਿਹੜਾ ਆ ਉਹ ਸਮੇਂ ਤੋਂ ਸਮੇਂ ਵਿਸ਼ਲੇਸ਼ਣ ਦਿੰਦੇ ਰਹਿੰਦੇ ਨੇ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਸਵਾਲ ਕਰਦਾ ਕਿ ਸਿੱਖ ਡਾਇਸਪੋਰਾ ਦਾ ਇਸ ਅੰਦੋਲਨ ਦੇ ਵਿੱਚ ਤੁਸੀਂ ਕੀ ਰੋਲ ਦੇਖਦੇ ਹੋ, ਕੀ ਪ੍ਰਾਪਤੀਆਂ ਦੇਖਦੇ ਹੋ? ਦੇਖੋ, ਸਿੱਖ ਡਾਇਸਪੋਰਾ ਨੇ ਬਹੁਤ ਭਰਵਾਂ ਯੋਗਦਾਨ ਪਾਇਆ ਸਾਰੇ ਮੋਰਚੇ ਦੇ ਵਿੱਚ। ਮਾਇਕ ਸਹਾਇਤਾ ਵੀ ਬਹੁਤ ਦਿੱਤੀ ਹੈ ਤੇ ਬਹੁਤ ਵੱਡੇ ਪੱਧਰ ਤੇ, ਵਿਆਪਕ ਪੱਧਰ ਦੇ ਉੱਤੇ ਬਹੁਤ ਵੱਡੇ ਮੁਜ਼ਾਹਰੇ ਵੀ ਕੀਤੇ ਆ। ਭਾਰਤੀ ਅੰਬੈਸੀਆਂ ਦੇ ਬਾਹਰ ਜਾ ਕੇ ਵੀ ਭਾਰਤ ਸਰਕਾਰ ਨੂੰ ਲਲਕਾਰਿਆ ਤੇ ਹੋਰ ਹਰ ਕਿਸਮ ਦੀ ਮਦਦ ਕੀਤੀ ਹੈ। ਇਹੋ ਜੀ ਜਿਹੜੀ ਭਰਵੀਂ ਰਾਜਨੀਤਿਕ ਸਰਗਰਮੀ ਹੈ ਜਿਹੜੀ ਉਹ ਸ਼ਾਇਦ 1984 ਤੋਂ ਬਾਅਦ ਹੁਣ ਦੇਖਣ ਨੂੰ ਮਿਲੀ ਹੈ ਤੇ ਬਹੁਤ ਸਾਰੇ ਹੋਰ ਮਸਲਿਆਂ ਤੇ ਵੀ ਡਾਇਸਪੋਰਾ ਜਿਹੜਾ ਉਹ ਐਕਟਿਵ ਹੁੰਦਾ ਰਹਿੰਦਾ, ਪਰ ਇਸ ਵਾਰ ਜਿਹੜੀ ਸ਼ਮੂਲੀਅਤ ਹੈ ਲੋਕਾਂ ਦੀ ਉਹ ਬਹੁਤ ਵੱਡੇ ਪੱਧਰ ਤੇ ਸੀ। ਇਸ ਗੱਲ ਤੋਂ ਆਪਾਂ ਨੂੰ ਇੱਕ ਗੱਲ ਪਤਾ ਲੱਗਦੀ ਹੈ ਵੀ ਡਾਇਸਪੋਰਾ ਭਾਵੇਂ ਪੰਜਾਬ ਤੋਂ 7 ਸਮੁੰਦਰ ਪਾਰ ਵਸ ਰਹੇ ਹਾਂ ਅਸੀਂ, ਪਰ ਪੰਜਾਬ ਫਿਰ ਵੀ ਸਾਡੇ ਦਿਲ ਵਿੱਚ ਧੜਕ ਰਿਹਾ ਤੇ ਪੰਜਾਬ ਦੇ ਸਰੋਕਾਰਾਂ ਤੋਂ ਅਸੀਂ ਟੁੱਟੇ ਨਹੀਂ। ਤੇ ਖਾਸ ਗੱਲ ਇਸ ਮੋਰਚੇ ਦੀ ਇਹ ਰਹੀ ਕਿ ਇੱਥੋਂ ਦੇ ਜੰਮਪਲ ਡਾਇਸਪੋਰਾ ਦੇ ਜੰਮਪਲ ਜਿਹੜੇ ਨੌਜਵਾਨ ਨੇ, ਬੱਚੇ ਬੱਚੀਆਂ, ਉਹਨਾਂ ਦਾ ਯੋਗਦਾਨ ਬਹੁਤ ਭਰਵਾਂ ਸੀਗਾ। ਸੋ ਇਹਦੇ ਤੋਂ ਇੱਕ ਧਰਵਾਸ ਥੋੜ੍ਹੀ ਜਿਹੀ ਵੱਜਦੀ ਹੈ ਕਿ ਅਗਲੀ ਪੀੜ੍ਹੀ ਵੀ ਪੰਜਾਬ ਦੇ ਨਾਲ ਜੁੜੀ ਹੋਈ ਆ ਆਤਮਿਕ ਤੌਰ ਤੇ ਘੱਟੋ ਘੱਟ। ਹਾਂਜੀ ਜੀ, ਉਸ ਤੋਂ ਅਗਲਾ ਮੇਰਾ ਸਵਾਲ ਆ, ਜਿਹੜੀ ਇੱਕ ਕਾਮਨ ਪਰਸੈਪਸ਼ਨ ਹੈ ਜਾਂ ਲੋਕਾਂ ਦਾ ਮੰਨਣਾ ਆ ਕਿ ਜਿਹੜੇ ਭਾਰਤ ਵੱਲੋਂ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਉਹ WTO ਦੀਆਂ ਸ਼ਰਤਾਂ ਦੇ ਤਹਿਤ ਜਾਂ ਪੂੰਜੀਵਾਦ ਦੇ ਜਿਹੜਾ 1991 ਤੋਂ ਇੰਡੀਆ ਨੇ ਮਾਡਲ ਅਪਣਾਇਆ ਹੋਇਆ ਉਹਦੇ ਤਹਿਤ ਲਾਗੂ ਕੀਤੇ ਜਾ ਰਹੇ ਨੇ। ਕੀ ਇਹ ਗੱਲ ਸਹੀ ਆ? ਕੀ ਭਾਰਤ ਵੈਸਟ ਦੇ ਪ੍ਰੈਸ਼ਰ ਨੂੰ ਦਿਖਾ ਕੇ ਇੱਥੋਂ ਦੀ ਕਿਸਾਨੀ ਦੇ, ਖਾਸ ਕਰਕੇ ਸਿੱਖ ਕਿਸਾਨੀ ਨੂੰ ਖਤਮ ਕਰਨਾ ਚਾਹੁੰਦਾ ਆ? ਕੀ ਇਹ ਪਾਲਿਸੀ ਇੰਪਲੀਕੇਟ ਕਰਨ ਦੇ ਵਿੱਚ ਕੋਈ ਨੁਕਸ ਆ ਕਿ ਜਾਂ ਉਹਦੀ ਨੀਅਤ ਦੇ ਵਿੱਚ ਨੁਕਸ ਆ? ਦੇਖੋ, ਮੇਰੇ ਖਿਆਲ ਦੇ ਵਿੱਚ ਇਹ ਅੰਤਰਰਾਸ਼ਟਰੀ ਦਬਾਅ ਹੇਠ ਨਹੀਂ ਸੀ ਲਿਆਂਦੇ ਗਏ ਕਾਨੂੰਨ। ਭਾਵੇਂ ਸਾਰੀ ਦੁਨੀਆ ਜਿਹੜੀ ਅੱਜ ਪੂੰਜੀਵਾਦ ਦੇ ਗਲਬੇ ਹੇਠ ਵਿਚਰ ਰਹੀ ਹੈ, ਪਰ ਜਿਹੜੇ ਵਿਕਸਿਤ ਪੂੰਜੀਵਾਦੀ ਮੁਲਕ ਨੇ ਜਿਵੇਂ ਕੈਨੇਡਾ ਤੇ ਅਮਰੀਕਾ, ਇਹਨਾਂ ਦੇ ਵਿੱਚ ਵੀ ਕਿਸਾਨਾਂ ਨੂੰ ਵੱਡੇ ਪੱਧਰ ਤੇ ਸਬਸਿਡੀਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਤੇ ਹੋਰ ਵੀ ਕਈ ਤਰੀਕਿਆਂ ਨਾਲ ਸਰਕਾਰ ਵੱਲੋਂ ਜਿਹੜੀ ਸਹਾਇਤਾ ਉਹ ਕਿਸਾਨਾਂ ਦੀ ਕੀਤੀ ਜਾਂਦੀ ਹੈ। ਮੇਰੇ ਖਿਆਲ ਦੇ ਵਿੱਚ ਇਹ ਫੈਸਲਾ ਜਿਹੜਾ ਕਾਨੂੰਨ ਲਿਆਉਣ ਦਾ ਉਹ ਭਾਰਤ ਸਰਕਾਰ ਨੇ ਆਪਣੀ ਮਰਜ਼ੀ ਨਾਲ ਆਪਣੇ ਪੱਧਰ ਤੇ ਫੈਸਲਾ ਲਿਆ ਸੀ ਤੇ ਜਿਹੜੇ ਭਾਰਤ ਦੇ ਕਾਰਪੋਰੇਟ ਘਰਾਣੇ ਆ ਜਿਵੇਂ ਅੰਬਾਨੀ ਤੇ ਅਦਾਨੀ, ਉਹਨਾਂ ਨੂੰ ਫਾਇਦਾ ਦੇਣ ਵਾਸਤੇ ਇਹ ਫੈਸਲਾ ਲਿਆ ਗਿਆ ਸੀ। ਜੇ ਇਹ ਫੈਸਲਾ ਅੰਤਰਰਾਸ਼ਟਰੀ ਦਬਾਅ ਦੇ ਹੇਠ ਲਿਆ ਗਿਆ ਹੁੰਦਾ ਫਿਰ ਇਸ ਗੇਮ ਦੇ ਵਿੱਚ ਪਲੇਅਰ ਹੋਰ ਹੋਣੇ ਸੀ। ਫਿਰ ਜਿਹੜੀਆਂ ਪੱਛਮ ਦੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਆ ਉਹ ਇਸ ਗੇਮ ਦੇ ਵਿੱਚ ਸ਼ਾਮਲ ਹੋਣੀਆਂ ਸੀ, ਉਹਨਾਂ ਨੂੰ ਸਿੱਧੇ ਰੂਪ ਦੇ ਵਿੱਚ ਕੋਈ ਨਾ ਕੋਈ ਫਾਇਦਾ ਪਹੁੰਚਦਾ ਹੋਣਾ ਸੀ। ਦੂਜੀ ਗੱਲ ਇਹ ਕਿ ਜਿਹੜੀਆਂ ਪੱਛਮੀ ਸਰਕਾਰਾਂ ਹੈ ਉਹਨਾਂ ਦਾ ਰਵੱਈਆ ਬਹੁਤਾ ਕਰਕੇ ਕਿਸਾਨਾਂ ਪ੍ਰਤੀ ਹਮਦਰਦੀ ਵਾਲਾ ਸੀ, ਨਾ ਕਿ ਉਹ ਭਾਰਤ ਸਰਕਾਰ ਦੇ ਹੱਕ ਦੇ ਵਿੱਚ ਭੁਗਤੇ ਆ ਇਸ ਮਸਲੇ ਤੇ। ਸੋ ਸਾਰੀਆਂ ਹੀ ਸਰਕਾਰਾਂ ਨੇ
ਜਾਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਥੋੜ੍ਹਾ ਜਾਂ ਬਹੁਤਾ ਕੋਈ ਨਾ ਕੋਈ ਬਿਆਨ ਜ਼ਰੂਰ ਦਿੱਤਾ। ਸੋ ਇਹਦੇ ਤੋਂ ਇਹ ਨਹੀਂ ਲੱਗਦਾ ਗਾ, ਘੱਟੋ ਘੱਟ ਮੇਰੀ ਸਮਝ ਇਹ ਨਹੀਂ ਗੀ ਕਿ ਅੰਤਰਰਾਸ਼ਟਰੀ ਦਬਾਅ ਦੇ ਤਹਿਤ ਇਹ ਕਾਨੂੰਨ ਲਿਆਂਦੇ ਗਏ ਸੀ ਭਾਰਤ ਸਰਕਾਰ ਵੱਲੋਂ। ਇਹ ਭਾਰਤ ਸਰਕਾਰ ਦਾ ਆਪਣਾ ਏਜੰਡਾ ਸੀ, ਮੋਦੀ ਦਾ ਆਪਣਾ ਏਜੰਡਾ ਸੀ। ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨਾਲ ਬੀਜੇਪੀ ਦੀ ਸਾਂਝ ਹੈ, ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਕਾਨੂੰਨ ਆ ਜਿਹੜੇ ਉਹ ਲਿਆਂਦੇ ਗਏ। ਸੋ ਮੇਰੇ ਖਿਆਲ ਦੇ ਵਿੱਚ ਅੰਤਰਰਾਸ਼ਟਰੀ ਜਿਹੜੀ ਸਾਜ਼ਿਸ਼ ਵਾਲੀ ਗੱਲ ਹੈ ਉਹਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ। ਭਾਜੀ ਉਸ ਤੋਂ ਅਗਲਾ ਸਵਾਲ ਮੇਰਾ ਇਹ ਹੈ ਕਿ ਜਿਹੜੀ ਇਹ ਅਵੇਕਨਿੰਗ ਹੋਈ ਹੈ ਜਾਂ ਅਪਰਾਈਜ਼ਿੰਗ ਹੋਈ ਹੈ ਭਾਰਤ ਸਰਕਾਰ ਦੇ ਇਸ ਫੈਸਲੇ ਖਿਲਾਫ, ਇਹਦਾ ਇੱਕ ਕਹਿ ਸਕਦੇ ਹਾਂ ਕਿ ਇੱਕ ਨੈਰੋ ਸੀ, ਮਤਲਬ ਇਹਦਾ ਦਾਇਰਾ ਜਿਹੜਾ, ਕਿਉਂਕਿ ਮੁੱਦਾ ਸਿਰਫ ਕਿਸਾਨੀ ਦਾ ਸੀ ਤੇ ਕਿਸਾਨੀ ਦੇ ਮੁੱਦੇ ਨੂੰ ਹਰ ਵਰਗ ਨੇ ਸਮਰਥਨ ਦਿੱਤਾ। ਤੇ ਪਰ ਜੇ ਕਿਸਾਨੀ ਦੀ ਥਾਂ ਤੇ ਮੁੱਦਾ ਪੰਜਾਬ ਦੇ ਪਾਣੀਆਂ ਦਾ ਹੁੰਦਾ, ਪੰਜਾਬੀ ਬੋਲਦੇ ਇਲਾਕਿਆਂ ਦਾ ਹੁੰਦਾ, ਜਾਂ ਉਹ ਮੰਗਾਂ ਜਿਹਦੇ ਕਰਕੇ ਪਿਛਲਾ ਸੰਘਰਸ਼ ਲੜਿਆ ਗਿਆ ਸੀ ਜਾਂ ਉਹ ਅੱਜ ਵੀ ਚੱਲ ਰਿਹਾ, ਤਾਂ ਫਿਰ ਉਹਦੇ ਤੁਹਾਨੂੰ ਕੀ ਲੱਗਦਾ ਕਿ ਮੋਬਿਲਾਈਜੇਸ਼ਨ ਕਿਵੇਂ ਦੀ ਹੁੰਦੀ ਤੇ ਸਟੇਟ ਦਾ ਰਵੱਈਆ ਕਿਵੇਂ ਦਾ ਹੁੰਦਾ? ਬਿਲਕੁਲ ਵੱਖਰੀ ਹੋਣੀ ਸੀ, ਮੋਬਿਲਾਈਜੇਸ਼ਨ ਵੀ ਬਿਲਕੁਲ ਵੱਖਰੀ ਹੋਣੀ ਸੀ ਤੇ ਸਟੇਟ ਦਾ ਰਵੱਈਆ ਵੀ ਬਿਲਕੁਲ ਜ਼ਬਰ ਵਾਲਾ ਹੋਣਾ ਸੀਗਾ ਜ਼ਿਆਦਾ। ਜਿਹੜੀ ਦੇਖੋ, ਜਿਹੜੀ ਇੱਕ ਬਹੁਤ ਦੁਖਦਾਈ ਤਰਾਸਦਿਕ ਘਟਨਾ ਜਿਹੜੀ ਘਟੀ ਹੈ ਪਿਛਲੇ ਕੁਛ ਦਹਾਕਿਆਂ ਦੌਰਾਨ, ਉਹ ਇਹ ਹੈ ਕਿ ਨਿਰੋਲ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ, ਨਿਰੋਲ ਪੰਜਾਬ ਦੀ ਕਿਸਾਨੀ ਦੀ ਗੱਲ ਕਰਨੀ, ਪੰਜਾਬ ਦੇ ਪਾਣੀਆਂ ਦੀ ਗੱਲ ਕਰਨੀ, ਇਹ ਸਰਕਾਰੀ ਨੈਰੇਟਿਵ ਤੇ ਖੱਬੇ ਪੱਖੀ ਨੈਰੇਟਿਵ ਨੇ ਰਲ ਕੇ ਇਹਨੂੰ ਇਸ ਕਦਰ ਮਾਰਜਨਲਾਈਜ਼ ਕਰਤਾ ਇਸ ਗੱਲ ਨੂੰ ਕਿ ਇਹਨਾਂ ਮੁੱਦਿਆਂ ਤੇ, ਪੰਜਾਬ ਦੇ ਅਸਲੀ ਮੁੱਦਿਆਂ ਤੇ ਕੋਈ ਵੀ ਵੱਡੀ ਲੋਕ ਲਹਿਰ ਖੜੀ ਕਰਨੀ ਹੈ ਜਿਹੜੀ, ਉਹ ਬਹੁਤ ਮੁਸ਼ਕਲ ਕੰਮ ਹੋ ਗਿਆ। ਤੇ ਉਹਨੂੰ ਜਿਹੜਾ ਲੈਫਟ ਦੀ ਸਟ੍ਰੈਟਜੀ ਕੀ ਹੈ, ਲੈਫਟ ਦਾ ਪੈਂਤੜਾ ਇਹਦੇ 'ਚ ਇਹ ਰਿਹਾ ਕਿ ਨਿਰੋਲ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਨੀ, ਉਹਦਾ ਮਤਲਬ ਹੈ ਫਿਰਕਾ ਪ੍ਰਸਤੀ ਨੂੰ ਸ਼ਹਿ ਦੇਣੀ। ਹਾਲਾਂਕਿ ਗੱਲ ਇਹ ਨਹੀਂ ਕਿ ਸਾਰੀਆਂ ਜਿੰਨੀਆਂ ਵੀ ਸਟੇਟਾਂ ਨੇ ਉਹ ਆਪੋ ਆਪਣੇ ਹੱਕਾਂ ਦੀਆਂ ਗੱਲ ਕਰਦੀਆਂ। ਪਾਣੀਆਂ ਦਾ ਰੌਲਾ ਜਿਹੜਾ ਉਹ ਦੱਖਣੀ ਸਟੇਟਾਂ ਦੇ ਵਿੱਚ ਵੀ ਚੱਲਦਾ, ਪਰ ਸਿਰਫ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨੂੰ ਇਹਨਾਂ ਨੇ ਇੱਕ ਕਿਸਮ ਨਾਲ ਗੈਰ ਕਾਨੂੰਨੀ ਜਾਂ ਇੱਕ ਅਪਰਾਧ ਬਣਾ ਕੇ ਰੱਖਤਾ। ਤੇ ਉਹਦੇ ਵਿੱਚੋਂ ਫਿਰ ਕਿਉਂਕਿ ਜਿਹੜੇ ਸਿੱਖ ਰਾਜਨੀਤਿਕ ਤੌਰ ਤੇ ਵੀ ਮਾਰਜਨਲਾਈਜ਼ ਹੋਏ ਵੇ ਆ, ਹਾਸ਼ੀਏ ਤੇ ਗਏ ਹੋਏ ਆ, ਸੋ ਸਿੱਖਾਂ ਵਾਸਤੇ ਤਾਂ ਇਹੋ ਜਿਹੀ ਲੋਕ ਲਹਿਰ ਖੜੀ ਕਰਨੀ ਕਾਫੀ ਜ਼ਿਆਦਾ ਔਖਾ ਜਿਵੇਂ ਕੰਮ ਹੋ ਗਿਆ। ਅਸੰਭਵ ਤਾਂ ਨਹੀਂ, ਪਰ ਔਖਾ ਕੰਮ ਹੋ ਗਿਆ। ਤੇ ਦੂਜੀ ਗੱਲ ਵੀ ਸਿੱਖਾਂ ਦੇ ਵਿੱਚ ਜਥੇਬੰਦੀ ਦੀ ਅਣਹੋਂਦ ਆ ਜਿਹੜੀ ਵਾਕਿਆ ਹੀ ਸਿੱਖ ਹੱਕਾਂ ਦੀ ਗੱਲ ਕਰਦੀ ਹੋਵੇ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੋਵੇ, ਉਹਦੀ ਅਣਹੋਂਦ ਵੀ ਇਸ ਕੰਮ ਨੂੰ ਜ਼ਿਆਦਾ ਔਖਾ ਬਣਾ ਰਹੀ ਹੈ। ਤੇ ਜੇ ਇਹ ਲਹਿਰ ਪੰਜਾਬ ਦੇ ਨਿਰੋਲ ਹੱਕਾਂ ਵਾਸਤੇ ਚੱਲੀ ਹੁੰਦੀ ਤਾਂ ਮੇਰੇ ਖਿਆਲ ਦੇ ਵਿੱਚ ਸਟੇਟ ਦਾ ਜ਼ਬਰ ਹੈ ਜਿਹੜਾ ਉਹਨੇ ਬਹੁਤ ਭਿਅੰਕਰ ਰੂਪ ਆ ਜਿਹੜਾ ਧਾਰਨਾ ਸੀਗਾ ਹੁਣ ਨਾਲ। ਬਿਲਕੁਲ, ਇਹ ਜਿਹੜੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਹੈ, ਕਿਉਂਕਿ ਜਦੋਂ ਵੀ ਸਿੱਖਾਂ ਨੇ ਜਾਂ ਪੰਜਾਬ ਦੇ ਨਿਰੋਲ ਪੰਜਾਬ ਦੇ ਹੱਕਾਂ ਵਾਸਤੇ, ਕਿਉਂਕਿ ਇਹ ਉਹ ਅਜਿਹੀ ਮੰਗ ਸੀ ਜਿਹਨੂੰ ਸਾਰੀ ਭਾਰਤ ਦੀ ਕਿਸਾਨੀ ਨਾਲ ਜੋੜਿਆ ਗਿਆ, ਜਿਹੜੀਆਂ ਲੜ ਰਹੀਆਂ ਧਿਰਾਂ ਵੱਲੋਂ, ਉਹਦੇ ਵਿੱਚ ਕਈ ਹੋਰ ਧਿਰਾਂ ਵੀ, ਹੋਰ ਪੀੜਤ ਧਿਰਾਂ ਵੀ ਆ ਕੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ। ਇੱਕ ਸਾਂਝਾ ਜਿਹਾ ਇਸ਼ੂ ਬਣਿਆ ਜਿਹਦੇ ਕਰਕੇ ਸਟੇਟ ਨੇ ਵੀ ਉਸ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਜਿਹੋ ਜਿਹਾ ਉਹ ਲੈ ਸਕਦੀ ਸੀ, ਜਿਹੜਾ ਉਹਦੇ ਕੋਲ ਪੋਟੈਂਸ਼ੀਅਲ ਆ। ਉਸ ਤੋਂ ਬਾਅਦ ਅਗਲਾ ਸਵਾਲ ਹੈ ਕਿ ਜਿਹੜਾ ਇਹ ਉਭਾਰ ਹੋਇਆ, ਇੱਕ ਦੋ ਤਰ੍ਹਾਂ ਦੇ ਉਭਾਰ ਨੇ। ਇੱਕ ਤਾਂ ਜਿਹੜਾ ਕਾਮਰੇਡ ਨੇ, ਜਿਹੜੀਆਂ ਟ੍ਰੈਡੀਸ਼ਨਲ ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਕੋਲ ਬਕਾਇਦਾ ਆਪਣਾ ਇੱਕ ਕੇਡਰ ਆ, ਉਹਨਾਂ ਨੇ ਪੂਰੀ ਤਿਆਰੀ ਕੀਤੀ ਉਹਦੀ ਇਹਨਾਂ ਕਾਨੂੰਨਾਂ ਦੇ ਵਿਰੁੱਧ, ਬਕਾਇਦਾ ਪਿੰਡਾਂ 'ਚ ਲਾਮਬੰਦੀ ਹੋਈ, ਗਰਾਹੀਆਂ ਹੋਈਆਂ, ਸਾਰਾ ਕੁਝ ਕੀਤਾ। ਪਰ ਉਹਦੇ ਨਾਲ ਇੱਕ ਰਿਐਕਸ਼ਨਰੀ ਉਭਾਰ ਹੈ। ਜਦੋਂ ਮਨੋਹਰ ਲਾਲ ਖੱਟਰ ਇਹ ਗੱਲ ਕਹਿੰਦਾ ਹੈ ਕਿ ਮੈਂ ਹਰਿਆਣੇ ਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਲੰਘਣ ਦਊਂਗਾ, ਜਾਂ ਮੋਦੀ ਨੇ ਜਿਸ ਤਰ੍ਹਾਂ ਦੀ ਜਿੱਦ ਫੜੀ, ਜਿਹੜਾ ਰਿਐਕਸ਼ਨਰੀ ਉਭਾਰ ਉਹ ਸਿੱਖਾਂ ਦਾ ਸੀ। ਜਿਹੜਾ ਜਥੇਬੰਦਕ ਉਭਾਰ ਆ ਉਹ ਇਹਨਾਂ ਟ੍ਰੈਡੀਸ਼ਨਲ ਫਾਰਮ ਆਰਗੇਨਾਈਜੇਸ਼ਨ ਦਾ ਸੀ, ਜਿਹਦੇ ਵਿੱਚ ਅੱਧੀਆਂ ਲਗਭਗ ਜਿਹੜੀਆਂ ਵਾ ਉਹ ਖੱਬੇ ਪੱਖੀ ਨੇ। ਇਹਦੇ ਕੰਟਰਾਸਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਸਿੱਖਾਂ ਦਾ ਉਭਾਰ ਉਹ ਰਿਐਕਸ਼ਨਰੀ ਸੀ, ਜਿਹੜਾ ਯੂਨੀਅਨਸ ਦਾ ਉਭਾਰ ਆ ਉਹ ਬਕਾਇਦਾ ਇੱਕ ਵੈਲ ਪਲਾਨਡ ਉਭਾਰ ਸੀ। ਇਹਦਾ ਤੁਸੀਂ ਕੰਟਰਾਸਟ ਜਿਹੜਾ ਹੈ ਉਹ ਕੰਪੈਰੀਜ਼ਨ ਉਹ ਕਿਵੇਂ ਕਰਦੇ? ਦੇਖੋ, ਪਹਿਲੀ ਗੱਲ ਹੈ ਜਿਹੜਾ ਵੀ ਮੇਰੀ ਸਮਝ ਇਹ ਹੈ ਕਿ ਯੂਨੀਅਨਾਂ ਦਾ ਕੋਈ ਉਭਾਰ ਨਹੀਂ ਸੀ। ਯੂਨੀਅਨਸ ਆਪਣੀ ਜਿਹੜੀ ਯੂਜੂਅਲ ਗੇਮ ਉਹ ਪਹਿਲਾਂ ਦਹਾਕਿਆਂ ਤੋਂ ਖੇਡਦੇ ਆ ਰਹੇ ਆ, ਉਹੀ ਖੇਡ ਰਹੇ ਸੀ ਕਿ ਮਸਲਾ ਸੈਂਟਰ ਨਾਲ ਹੈ ਪਰ ਧਰਨੇ ਪੰਜਾਬ 'ਚ ਲਾਉਣੇ।
ਉਹਨਾਂ ਦਾ ਬਹੁਤ ਕਲੀਅਰ ਸੀ ਕਿ ਅਸੀਂ ਜੋ ਵੀ ਕਰਨਾ ਪੰਜਾਬ ਦੇ ਵਿੱਚ ਹੀ ਕਰਨਾ, ਦਿੱਲੀ ਤੱਕ ਨਹੀਂ ਜਾਣਾ। ਫਿਰ ਦਿੱਲੀ ਜਾਣ ਦੀ ਕਾਲ ਆਈ ਤੇ ਸੰਗਤ ਦਾ ਜੋਸ਼ ਆ ਜਿਹੜਾ ਉਹ ਇੰਨਾ ਜ਼ਿਆਦਾ, ਨਾਕੇ ਤੋੜੇ ਗਏ, ਜਿਹੜੇ ਨਾਕਿਆਂ ਦਾ ਟੁੱਟਣਾ ਜਿਹੜਾ ਹਰਿਆਣੇ ਦੇ ਵਿੱਚ, ਉਹਦੇ ਕਰਕੇ ਹੀ ਮੋਰਚਾ ਦਿੱਲੀ ਪਹੁੰਚਿਆ ਤੇ ਦਿੱਲੀ ਪਹੁੰਚਣ ਕਰਕੇ ਹੀ ਮੋਰਚਾ ਏਡਾ ਵੱਡਾ ਬਣਿਆ। ਜਿਹੜਾ ਦਿੱਲੀ ਪਹੁੰਚਣ ਤੋਂ ਪਹਿਲਾਂ ਤੱਕ ਮੋਰਚਾ ਜਿਹੜਾ ਉਹ ਇੱਕ ਬਹੁਤ ਸੀਮਤ ਵਰਤਾਰਾ ਸੀਗਾ। ਜਿਹੜਾ ਇਕੱਠ ਹੁੰਦੇ ਸੀਗੇ, ਸ਼ੰਭੂ ਬਾਰਡਰ ਤੇ ਵੀ ਇਕੱਠ ਹੋਇਆ ਸੀ, ਪਰ ਉਹ ਇੱਕ ਸੀਮਤ ਵਰਤਾਰਾ ਸੀ। ਇਹੋ ਜਿਹੀ ਵਿਆਪਕ ਲੋਕ ਲਹਿਰ ਬਣ ਜੂਗੀ ਇਹ ਤਾਂ ਕਿਸੇ ਦੇ ਚਰਚੇ ਤੇ ਵੀ ਨਹੀਂ ਸੀ। ਪਰ ਦਿਨ ਬੈਰੀਕੇਡ ਭੰਨੇ ਗਏ, ਉਸ ਦਿਨ ਇਸ ਮੋਰਚੇ ਦੀ ਕਿਸਮਤ ਬਦਲ ਗਈ। ਉਹ ਬੈਰੀਕੇਡ ਭੰਨਣ ਵਾਲੇ ਲੋਕ ਆ ਜਿਹੜੇ, ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ, ਖਾਸ ਕਰਕੇ ਉਗਰਾਹਾਂ ਜਥੇਬੰਦੀ ਦੇ ਫੈਸਲੇ ਦੀ ਉਲੰਘਣਾ ਕਰਕੇ ਬੈਰੀਕੇਡ ਭੰਨੇ ਤੇ ਬੈਰੀਕੇਡ ਭੰਨ ਕੇ ਦਿੱਲੀ ਪਹੁੰਚੇ, ਉਹਨਾਂ ਲੋਕਾਂ ਕਰਕੇ ਤੇ ਉਹਨਾਂ ਲੋਕਾਂ ਦੇ ਜੋਸ਼ ਕਰਕੇ ਇਹ ਮੋਰਚਾ ਜਿਹੜਾ ਏਡਾ ਵੱਡਾ ਰੂਪ ਧਾਰ ਸਕਿਆ। ਜੇ ਪੁਲਿਸ ਦੇ ਜ਼ਬਰ ਅੱਗੇ ਉਹ ਦਬ ਜਾਂਦੇ, ਜਾਂ ਜੇ ਮੰਨ ਲਓ ਜਿਵੇਂ ਉਗਰਾਹਾਂ ਜਥੇਬੰਦੀ ਦਾ ਉਹ ਹੁਕਮ ਮੰਨ ਲੈਂਦੇ ਸਿਰ ਮੱਥੇ, ਤੇ ਉੱਥੇ ਹੀ ਬਹਿ ਜਾਂਦੇ ਬਾਰਡਰ ਤੇ ਇਹ ਮੋਰਚੇ ਨੇ ਕਦੇ ਵੀ ਏਡਾ ਰੂਪ ਧਾਰਨਾ ਨਹੀਂ ਸੀ। ਏਡਾ ਰੂਪ ਇਹਨੇ ਧਾਰਿਆ ਹੀ ਤਾਂ ਕਿ ਦਿੱਲੀ ਪਹੁੰਚਿਆ। ਤੇ ਉਹਦੇ ਨਾਲ ਕੀ ਹੋਇਆ ਵੀ ਇੱਕ ਜਿਹੜੀ ਪੰਜਾਬ ਦੇ ਬਹੁਤ ਪੁਰਾਣੇ ਇਤਿਹਾਸ ਦੇ ਵਿੱਚ ਜਿਹੜੇ ਸਾਡਾ ਸਮੂਹਕ ਮਨ ਹੈ, ਉਹਦੇ ਵਿੱਚ ਇੱਕ ਬੜੀ ਨਾ ਇੱਕ ਗੱਲ ਦੱਬੀ ਵੀ ਆ, ਪੰਜਾਬ ਵਰਸਸ ਦਿੱਲੀ। ਇਹ ਸਾਡਾ ਸਾਰਾ ਇਤਿਹਾਸ ਆ ਜਿਹੜਾ ਉਹ ਪੰਜਾਬ ਵਰਸਸ ਦਿੱਲੀ ਦਾ ਇਤਿਹਾਸ ਆ। ਤੇ ਉਹਦੇ ਕਰਕੇ ਵੀ ਉਹ ਇਹ ਐਡੇ ਵੱਡੇ ਪੱਧਰ ਤੇ ਸਾਡੇ ਲੋਕਾਂ ਨੇ ਸੰਘਰਸ਼ ਨੇ ਝੰਜੋੜਿਆ ਤੇ ਬੱਚਾ ਜਿਹੜਾ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਗਿਆ। ਬਿਲਕੁਲ ਜੀ, ਇਹ ਚੀਜ਼ਾਂ ਤਾਂ ਅਸੀਂ ਪ੍ਰਤੱਖ ਦੇਖੀਆਂ ਨੇ ਕਿ ਜਥੇਬੰਦੀਆਂ ਦੀ ਤਿਆਰੀ ਪੰਜਾਬ ਦੇ ਬਾਰਡਰਾਂ ਦੇ ਬਹਿਣ ਤੇ ਸੀ, ਮੌਕੇ ਤੇ ਮੌਜੂਦ ਰਹੇ ਹਾਂ ਅਸੀਂ, ਸਾਡੇ ਨਾਲ ਦੇ ਜਿੰਨੇ ਵੀ ਨੌਜਵਾਨ ਨੇ ਜਿਹੜੇ ਸਿੱਖੀ ਭਾਵਨਾ ਦੇ ਨਾਲ ਇਸ ਮੋਰਚੇ 'ਚ ਸ਼ਾਮਲ ਹੋਏ। ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਿਹੜਾ ਇਤਿਹਾਸ ਦੇ ਵਿੱਚ ਜਾਂ ਇੱਕ ਜਿਹੜੀ ਸਾਡੀ ਮਾਨਸਿਕਤਾ ਜਿਹੜਾ ਦਿੱਲੀ ਤਖਤ ਨੂੰ ਜਿਵੇਂ ਦੇਖਿਆ ਜਾਂਦਾ ਆ, ਉਸ ਚੀਜ਼ ਨੇ ਜਿਹੜਾ ਦਿੱਲੀ ਚਲੋ ਦੀ ਕਾਲ ਨੂੰ ਉਹ ਉਵੇਂ ਪਰਸੀਵ ਕੀਤਾ ਕਿ ਆਪਾਂ ਜਿਹੜਾ ਦਿੱਲੀ ਤੇ ਚੜ੍ਹਾਈ ਕਰਨੀ, ਤੇ ਗਏ ਵੀ ਲੋਕ ਉਦਾਂ ਹੀ। ਬਿਲਕੁਲ। ਤੇ ਭਾਜੀ ਉਸ ਤੋਂ ਜਿਹੜਾ ਮੇਰਾ ਅਗਲਾ ਸਵਾਲ ਆ, ਜਿਹੜੀ ਮੈਂ ਤੁਹਾਡੀ ਇੱਕ ਕਲਿੱਪ ਵੀ ਸੁਣੀ ਸੀ ਜਿਹਦੇ ਵਿੱਚ ਤੁਸੀਂ ਪੋਲੀਟੀਕਲ ਅਵੇਕਨਿੰਗ ਦੀ ਗੱਲ ਕਰ ਰਹੇ ਹੋ ਕਿ ਸਿੱਖ ਯੂਥ ਦੇ ਵਿੱਚ ਪੋਲੀਟੀਕਲ ਅਵੇਕਨਿੰਗ ਆਈ ਆ, ਤਾਂ ਉਹ ਕਾਫੀ ਹੱਦ ਤੱਕ ਠੀਕ ਵੀ ਹੈ, ਕਿਉਂਕਿ ਉਹ ਅਵੇਕਨਿੰਗ ਇੱਥੋਂ ਤੱਕ ਵੀ ਆਈ ਆ ਕਿ ਕਿਸਾਨੀ ਸੰਘਰਸ਼ ਤੋਂ ਨੌਜਵਾਨੀ ਦਾ ਧਿਆਨ 84 ਵਾਲੇ ਸੰਘਰਸ਼ ਦਾ, 80s 90s ਦੇ ਵਿੱਚ ਜਿਵੇਂ ਦਾ ਸੰਘਰਸ਼ ਸਿੱਖਾਂ ਨੇ ਸ਼ਾਨਾ ਮਤਾ ਲੜਿਆ ਉਧਰ ਵੀ ਗਿਆ। ਤੇ ਇਸ ਜਿਹੜੀ ਪੋਲੀਟੀਕਲ ਅਵੇਕਨਿੰਗ ਨੂੰ ਕਿਵੇਂ ਸੰਭਿਆ ਜਾ ਸਕਦਾ ਹੈ, ਇਹਨੂੰ ਇੱਕ ਠੋਸ ਇੱਕ ਨਿੱਘਰ ਰੂਪ ਕਿਵੇਂ ਦਿੱਤਾ ਜਾ ਸਕਦਾ ਹੈ? ਦੇਖੋ, ਜਿਹੜੀ ਪੋਲੀਟੀਕਲ ਅਵੇਕਨਿੰਗ ਹੈ ਇਹ ਬਹੁਤ ਹੀ ਵਧੀਆ ਜਿਹੜਾ ਵਰਤਾਰਾ ਵਾਪਰਿਆ ਪੰਜਾਬ ਦੇ ਵਿੱਚ, ਬਹੁਤ ਵਧੀਆ ਡਿਵੈਲਪਮੈਂਟ ਹੋਈ ਆ, ਪਰ ਇਹਨੂੰ ਜਥੇਬੰਦਕ ਢਾਂਚੇ ਤੋਂ ਬਿਨਾਂ ਨਹੀਂ ਸਾਂਭਿਆ ਜਾ ਸਕਦਾ। ਖੱਬੇ ਪੱਖੀ ਜਥੇਬੰਦੀਆਂ ਤੇ ਸਿੱਖਾਂ ਦਾ ਇਹੀ ਫਰਕ ਹੈ ਕਿ ਖੱਬੇ ਪੱਖੀ ਜਥੇਬੰਦੀਆਂ ਜਿਹੜੀਆਂ ਉਹ ਜਥੇਬੰਦ ਹੋਈਆਂ, ਉਹਨਾਂ ਦਾ ਇੱਕ ਜਥੇਬੰਦਕ ਢਾਂਚਾ ਬਣਿਆ ਹੋਇਆ। ਜਿਹੜੀ ਸਿੱਖ ਧਿਰ ਹੈ ਉਹ ਜਥੇਬੰਦਕ ਨਹੀਂ ਹੋ ਸਕੀ, ਜਾਂ ਸਿੱਖ ਧਿਰ ਦਾ ਬਹੁਤਾ ਹਿੱਸਾ ਜਿਹੜਾ ਉਹ ਆਪ ਮੁਹਾਰੇ ਜੋਸ਼ ਦੇ ਵਿੱਚ ਬਹੁਤ ਵੱਡੇ ਇਤਿਹਾਸਕ ਕਾਰਨਾਮੇ ਕਰ ਜਾਂਦਾ, ਪਰ ਉਹ ਜਥੇਬੰਦਕ ਹੋ ਕੇ ਲੜਾਈ ਨਹੀਂ ਦੇ ਸਕਦਾ। ਹਜੇ ਤੱਕ ਪੰਜਾਬ ਦੀ ਕਿਸਮਤ, ਸਿੱਖਾਂ ਦਾ ਰਾਜਨੀਤਿਕ ਭਵਿੱਖ, ਇਹ ਦੋਵੇਂ ਗੱਲਾਂ ਇਸ ਗੱਲ 'ਤੇ ਨਿਰਭਰ ਕਰਦੀਆਂ ਬਈ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਸਿੱਖ ਜਥੇਬੰਦ ਹੋ ਸਕਣਗੇ ਜਾਂ ਨਹੀਂ ਹੋ ਸਕਣਗੇ। ਜੇ ਸਿੱਖ ਜਥੇਬੰਦ ਨਹੀਂ ਹੋ ਸਕਣਗੇ ਫਿਰ ਪੰਜਾਬ ਦੇ ਹੱਕਾਂ ਦੀ ਗੱਲ ਵੀ ਰੁਲ ਜੂਗੀ ਤੇ ਸਿੱਖਾਂ ਦੀ ਜਿਹੜੀ ਰਾਜਨੀਤਿਕ ਲੜਾਈ ਹੈ ਉਹ ਵੀ ਬਹੁਤ ਪਿੱਛੇ ਡਿੱਗ ਪਊਗੀ। ਖਤਮ ਤਾਂ ਨਹੀਂ ਹੁੰਦੀ, ਪਰ ਪਿੱਛੇ ਡਿੱਗ ਪਊਗੀ, ਉਹਦਾ ਨੁਕਸਾਨ ਬਹੁਤ ਹੋਊਗਾ। ਇਹ ਮੇਰੀ ਸਮਝ ਹੈ ਜੀ। ਹਾਂਜੀ, ਇਹ ਤਾਂ ਬਿਲਕੁਲ ਜੀ, ਇਹ ਤਾਂ ਗੱਲ ਬਿਲਕੁਲ ਪਾਣੀ ਵਾਂਗ ਸਾਫ਼ ਆ ਕਿ ਜੇ ਸਿੱਖ ਜਥੇਬੰਦ ਨਹੀਂ ਹੁੰਦੇ ਤਾਂ ਜਿਹੜੀ ਉਹਨਾਂ ਦੀ ਸਟਰਗਲ ਆ, ਜਿਹੜਾ ਉਹਨਾਂ ਦਾ ਜੋ ਪਹਿਲਾਂ ਵੀ ਖੂਨ ਡੋਲਿਆ ਆ, ਉਹ ਸਾਰੀ ਗੱਲ ਜਿਹੜੀ ਆ ਉਹ ਕਾਫੀ ਪਿੱਛੇ ਚਲੀ ਜਾਊਗੀ। ਪਰ ਮੇਰਾ ਸਵਾਲ ਤੁਹਾਨੂੰ ਇਹ ਕਿ ਜਥੇਬੰਦ ਕਿਵੇਂ ਹੋ ਸਕਦੇ ਆ ਪੰਜਾਬ ਦੇ ਵਿੱਚ ਜਾਂ ਓਵਰ ਦੀ ਸੀਜ਼? ਉਹ ਕਿਹੜਾ ਮਤਲਬ ਢਾਂਚਾ ਹੋ ਸਕਦਾ ਆ? ਉਹ ਮੇਨ ਸਟ੍ਰੀਮ ਪੋਲੀਟੀਕਲ ਢਾਂਚਾ ਹੋ ਸਕਦਾ ਹੈ ਜਾਂ ਰੈਜ਼ਿਸਟੈਂਸ ਵਾਲਾ ਢਾਂਚਾ ਹੋ ਸਕਦਾ? ਰੈਜ਼ਿਸਟੈਂਸ ਕਿਵੇਂ ਦੀ ਹੋ ਸਕਦੀ ਆ? ਇਹਦੇ ਬਾਰੇ ਥੋੜਾ ਜਿਹਾ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ। ਪਹਿਲੀ ਗੱਲ,
ਪੰਜਾਬ ਦੀ ਲੜਾਈ ਹੈ ਜਿਹੜੀ, ਸਿੱਖਾਂ ਦਾ ਜਿਹੜਾ ਰਾਜਨੀਤਿਕ ਸੰਘਰਸ਼ ਹੈ, ਉਹਦੀ ਤਾਣੀ ਇੰਨੀ ਤਾਂ ਉਲਝੀ ਹੈ ਕਿਉਂਕਿ ਪੰਜਾਬ ਦਾ ਖੱਬੇ ਪੱਖੀ ਵਰਗ ਆ ਜਿਹੜਾ, ਉਹ ਨੰਗੇ ਚਿੱਟੇ ਰੂਪ ਦੇ ਵਿੱਚ ਦਿੱਲੀ ਦੇ ਹੱਕ 'ਚ ਖੜ ਜਾਂਦਾ। ਜਿੱਥੇ ਵੀ ਕਿਤੇ ਪੰਜਾਬ ਦੇ ਹੱਕਾਂ ਦੀ ਜਾਂ ਸਿੱਖ ਹੱਕਾਂ ਦੀ ਗੱਲ ਆਉਂਦੀ ਆ, ਉਹ ਦਿੱਲੀ ਦੇ ਹੱਕ 'ਚ ਖੜ ਜਾਂਦਾ। ਉਹਦਾ ਦਿੱਲੀ ਦੇ ਹੱਕ 'ਚ ਖੜਨਾ ਮਾਨੇ ਕਿਉਂ ਰੱਖਦਾ? ਕਿਉਂਕਿ ਉਹਦੇ ਕੋਲੇ ਦੋ ਚੀਜ਼ਾਂ ਨੇ। ਪਹਿਲੀ ਚੀਜ਼, ਉਹਦੇ ਕੋਲੇ ਜਥੇਬੰਦਕ ਤਾਕਤ ਹੈ। ਦੂਜੀ ਚੀਜ਼, ਉਹਦੇ ਕੋਲੇ ਬਿਰਤਾਂਤਕ ਤਾਕਤ ਹੈ ਕਿ ਉਹ ਬਿਰਤਾਂਤ ਸਿਰ ਸਕਦੇ ਆ। ਉਹਨਾਂ ਕੋਲੇ ਜਿਹੜਾ ਯੂਨੀਵਰਸਿਟੀਆਂ ਦਾ ਇੰਟੈਲੀਜੈਂਸ ਆ, ਪੱਤਰਕਾਰਾਂ ਦੀ ਵੱਡੀ ਗਿਣਤੀ, ਸਾਹਿਤਕਾਰਾਂ ਦੀ ਵੱਡੀ ਗਿਣਤੀ ਉਹਨਾਂ ਦੇ ਹੱਕ ਵਿੱਚ ਭੁਗਤ ਜਾਂਦੇ ਆ। ਉਹਨਾਂ ਨੇ ਇੱਕ ਆਈਡੀਓਲੋਜੀਕਲ ਹੈਜਮਨੀ ਬਣਾਈ ਹੋਈ ਆ ਆਪਣੀ, ਪਰ ਉਹ ਉਸ ਆਈਡੀਓਲੋਜੀਕਲ ਪਾਵਰ ਨੂੰ ਸਰਕਾਰ ਦੇ ਹੱਕ 'ਚ ਵਰਤਦੇ ਆ ਅਤੇ ਪੰਜਾਬ ਦੇ ਲੋਕਾਂ ਅਤੇ ਸਿੱਖਾਂ ਦੇ ਵਿਰੋਧ ਦੇ ਵਿੱਚ ਵਰਤਦੇ ਆ। ਉਹਦੇ ਕਰਕੇ ਪੰਜਾਬ ਦਾ ਸੰਘਰਸ਼ ਜਿਹੜਾ, ਉਹ ਇਹੋ ਜਿਹਾ ਲੀਹੋਂ ਲੱਥਾ ਪਿਛਲੇ 3 ਦਹਾਕਿਆਂ ਤੋਂ ਕਿ ਉਹ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਦੁਬਾਰਾ ਲੀਹ 'ਤੇ ਚੜ੍ਹ ਨਹੀਂ ਰਿਹਾ ਗਾ। ਸੋ ਇਹ ਸਾਡਾ ਕ੍ਰਾਈਸਿਸ ਹੈ ਵੱਡਾ। ਹੁਣ ਤੁਹਾਡੇ ਜਿਹੜੇ ਦੂਜੇ ਸਵਾਲ ਵੱਲ ਆਉਣੇ ਆ ਕਿ ਇਹਦਾ ਕੀਤਾ ਕੀ ਜਾਵੇ, ਜਥੇਬੰਦ ਕਿਵੇਂ ਹੋਇਆ ਜਾਵੇ। ਮੇਰੇ ਖਿਆਲ ਦੇ ਵਿੱਚ ਜਥੇਬੰਦ ਹੋਣ ਵਾਸਤੇ ਜਿਹੜੀ ਪਹਿਲੀ ਸ਼ਰਤ ਹੈ ਉਹ ਇਹ ਹੈ ਕਿ ਇਹੋ ਜਿਹਾ ਕਾਡਰ ਤਿਆਰ ਕੀਤਾ ਜਾਵੇ ਜਿਹਨੂੰ ਸਥਿਤੀ ਦੀ ਡੂੰਘੀ ਸਮਝ ਹੋਵੇ, ਜਿਹੜਾ ਰਾਜਨੀਤੀ, ਸਾਹਿਤ, ਸੱਭਿਆਚਾਰ, ਫਲਸਫਾ, ਧਰਮ ਇਹਨਾਂ ਬਰੀਕੀਆਂ ਨੂੰ ਸਮਝਦਾ ਹੋਵੇ। ਕਿਉਂਕਿ ਜਿਹੜਾ ਬੇਸਮਝ ਕਾਡਰ ਹੈ, ਮੈਨੂੰ ਨਹੀਂ ਲੱਗਦਾ ਗਾ ਵੀ ਉਹ ਅੱਜ ਦੇ ਯੁੱਗ ਦੇ ਵਿੱਚ ਕੋਈ ਭਰਵੀਂ ਜਾਂ ਲੰਮੀ ਲੜਾਈ ਹੈ ਜਿਹੜੀ ਉਹ ਦੇ ਸਕਦਾ। ਸੋ ਕਾਡਰ ਤੋਂ ਭਾਵ ਤਾਂ ਇੱਕ ਛੋਟਾ ਜਿਹਾ ਹਿੱਸਾ ਹੀ ਹੁੰਦਾ ਜਿਹੜਾ, ਜਿਹਨੂੰ ਆਪਾਂ ਹਰਿਆਵਲ ਦਸਤਾ ਕਹਿ ਸਕਦੇ ਹਾਂ। ਉਹਦੀ ਤਿਆਰੀ ਕਰਵਾਉਣੀ ਹੁੰਦੀ ਹੈ ਅਤੇ ਬਾਅਦ ਦੇ ਵਿੱਚ ਉਹਨੇ ਤਿਆਰੀ ਤੋਂ ਬਾਅਦ ਹੀ ਗਰਾਊਂਡ 'ਤੇ ਜਿਹੜਾ ਉਹ ਕੰਮ ਕਰਨਾ ਹੁੰਦਾ। ਸਿੱਖ ਜਥੇਬੰਦੀਆਂ ਦਾ ਬਦਕਿਸਮਤੀ ਵੱਸ ਇੱਧਰ ਵੱਲ ਕੋਈ ਬਹੁਤਾ ਝੁਕਾਅ ਹੈ ਨਹੀਂ ਗਾ। ਹੁਣ ਥੋੜ੍ਹੀਆਂ ਜਿਹੀਆਂ ਨਵੀਆਂ ਜਥੇਬੰਦੀਆਂ ਜਿਹੜੀਆਂ ਵਿਦਿਆਰਥੀਆਂ ਦੀਆਂ ਉੱਠੀਆਂ, ਉਹ ਇਸ ਪਾਸੇ ਕੁਛ ਸੀਮਤ ਕੋਸ਼ਿਸ਼ਾਂ ਜਿਹੜੀਆਂ ਕਰ ਰਹੀਆਂ, ਪਰ ਜਿੰਨੇ ਭਰਵੇਂ ਰੂਪ ਦੇ ਵਿੱਚ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਉਨੇ ਭਰਵੇਂ ਰੂਪ ਦੇ ਵਿੱਚ ਨਹੀਂ ਹੋ ਰਹੀਆਂ। ਸੋ ਇਹ ਪਹਿਲੀ ਸ਼ਰਤ ਹੈ ਇਹ ਕਿ ਤੁਹਾਡਾ ਜਿਹੜਾ ਕਾਡਰ ਹੈ ਉਹਦੀ ਇੱਕ ਸਮਝ ਦਾ ਪੱਧਰ ਹੈ ਜਿਹੜਾ ਉਹ ਤਿਆਰ ਕੀਤਾ ਜਾਵੇ। ਅਤੇ ਇਹਦੇ ਵਾਸਤੇ ਕੋਈ ਬਹੁਤਾ ਜਿਵੇਂ ਵੱਡੇ ਇਕੱਠ ਕਰਨ ਦੀ ਜਾਂ ਬਹੁਤੇ ਰੌਲਾ ਪਾਉਣ ਦੀ, ਪ੍ਰੈਸ ਦੇ ਵਿੱਚ ਆਉਣ ਦੀ ਲੋੜ ਨਹੀਂ ਹੁੰਦੀ ਗੀ। ਇਹ ਤਾਂ ਚੁੱਪ ਚਪੀਤੇ ਹੀ ਕੰਮ ਚੱਲਣਾ ਹੁੰਦਾ, ਜਿਵੇਂ ਡਿਸਕਸ਼ਨਸ, ਛੋਟੇ ਗਰੁੱਪਾਂ ਦੇ ਵਿੱਚ ਵਿਚਾਰ ਚਰਚਾਵਾਂ ਅਤੇ ਪੜ੍ਹਾਈ ਦਾ ਇੱਕ ਸੱਭਿਆਚਾਰ ਆ ਜਿਹੜਾ, ਗੱਲ ਨੂੰ ਸਮਝਣ ਦਾ, ਸੰਵਾਦ ਕਰਨ ਦਾ ਇੱਕ ਸੱਭਿਆਚਾਰ ਵਧੀਆ ਜਿਹੜਾ ਉਹ ਉਸਾਰਨਾ ਹੁੰਦਾ। ਵੈਸੇ ਤਾਂ ਇਹ ਕੰਮ ਹੈ ਜਿਹੜਾ ਉਹ ਇੰਨਾ ਔਖਾ ਨਹੀਂ ਗਾ, ਕਿਉਂਕਿ ਸਾਰੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਕੌਮਾਂ ਜਿਹੜੀਆਂ ਅੱਜ ਕੱਲ੍ਹ ਰਾਜਨੀਤਿਕ ਤੌਰ 'ਤੇ ਤਾਕਤਵਰ ਨੇ, ਉਹਨਾਂ ਸਾਰਿਆਂ ਨੇ ਹੀ ਇਹ ਕੰਮ ਕੀਤਾ ਹੋਇਆ। ਪਰ ਸਿੱਖਾਂ ਵਾਸਤੇ ਇਹ ਕੰਮ ਜ਼ਿਆਦਾ ਔਖਾ ਹੋ ਗਿਆ। ਉਹਦਾ ਕਾਰਨ ਇਹ ਹੈ ਵੀ ਸਿੱਖਾਂ ਦੇ ਵਿੱਚ ਇੱਕ ਇਹੋ ਜਿਹਾ ਵਰਗ ਪੈਦਾ ਹੋ ਗਿਆ ਜਿਹੜਾ ਅੰਦਰੋਂ ਬਹੁਤ ਇਨਸਿਕਿਉਰ ਆ, ਸਾਈਕੋਲੋਜੀਕਲੀ ਡਰਿਆ ਹੋਇਆ, ਅਤੇ ਉਹ ਸਵਾਲ ਜਿਹੜੇ ਆਉਂਦੇ ਆ ਉਹਨਾਂ ਨੂੰ ਮੁਖਾਤਬ ਹੋਣ ਦੀ ਬਜਾਏ ਵਿੰਗੇ ਟੇਢੇ ਤਰੀਕਿਆਂ ਨਾਲ ਸਵਾਲ ਕਰਨ ਵਾਲੇ ਨੂੰ ਉਹ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਉਹਦੇ ਕਰਕੇ ਸਿੱਖਾਂ ਦੇ ਵਿੱਚ ਜਿਹੜਾ ਸੰਵਾਦ ਦਾ ਸੱਭਿਆਚਾਰ ਜਿਹੜਾ ਉਹ ਪੈਦਾ ਨਹੀਂ ਹੋਇਆ ਗਾ। ਮੇਰੇ ਖਿਆਲ ਦੇ ਵਿੱਚ ਇਹਨੂੰ ਕਾਫੀ ਜ਼ਿਆਦਾ ਸੀਰੀਅਸਲੀ ਸਾਨੂੰ ਇਸ ਗੱਲ ਨੂੰ ਲੈਣਾ ਚਾਹੀਦਾ, ਨਹੀਂ ਤਾਂ ਜਿਵੇਂ ਚੱਲ ਰਿਹਾ ਉਹ ਆਈਂ ਚੱਲੀ ਜਾਣਾ। ਸੋ ਇਹ ਪਹਿਲਾ ਸਟੈਪ ਹੈ ਜਥੇਬੰਦ ਹੋਣ ਦਾ। ਉਹਦੇ ਤੋਂ ਅਗਲਾ ਸਟੈਪ ਹੈ ਵੀ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਜਿਹੜੀਆਂ ਸੰਸਥਾਵਾਂ ਸਾਨੂੰ ਗੁਰੂ ਸਾਹਿਬ ਨੇ ਬਖਸ਼ੀਆਂ ਨੇ, ਉਹਨਾਂ ਸੰਸਥਾਵਾਂ ਵੱਲੋਂ ਅਸੀਂ ਕੁਛ ਹੱਦ ਤੱਕ ਅਵੇਸਲੇ ਹੋ ਗਏ ਹਾਂ। ਜਿਵੇਂ ਗੁਰੂ ਘਰ ਦੀ ਸੰਸਥਾ ਜਿਹੜੀ ਕਿ ਸਾਰੀ ਦੁਨੀਆ ਦੇ ਵਿੱਚ ਨਿਵੇਕਲੀ ਸੰਸਥਾ ਹੈ, ਬੇਮਿਸਾਲ ਸੰਸਥਾ ਹੈ, ਜਿਹੋ ਜਿਹੀ ਸੰਸਥਾ ਕਿਸੇ ਕੌਮ ਕੋਲੇ ਨਹੀਂ ਹੈਗੀ। ਅਤੇ ਜੇ ਮੈਂ ਇਹ ਸਮਝਦਾ ਵੀ ਜੇ ਅੱਜ ਸਿੱਖ ਸਰਵਾਈਵ ਕਰਦੇ ਆ ਨਾ ਇੰਨੀਆਂ ਇਤਿਹਾਸਕ ਦੁਸ਼ਵਾਰੀਆਂ ਦੇ ਵਿੱਚੋਂ ਲੰਘ ਕੇ, ਅਤੇ ਉਹ ਵੀ ਗੁਰੂ ਘਰ ਦੇ ਆਸਰੇ ਕਰਕੇ ਹੀ ਸਰਵਾਈਵ ਕਰ ਰਹੇ ਆ, ਨਹੀਂ ਤਾਂ ਸਿੱਖਾਂ ਨੇ ਸਰਵਾਈਵ ਹੀ ਨਹੀਂ ਸੀ ਕਰਨਾ। ਡਾਇਸਪੋਰਾ ਕਿਵੇਂ ਬਚਿਆ? ਗੁਰੂ ਘਰ ਤੋਂ ਬਿਨਾਂ ਡਾਇਸਪੋਰਾ ਬਚ ਨਹੀਂ ਸਕਦਾ। ਡਾਇਸਪੋਰੇ ਨੇ ਹੁਣ ਤੱਕ ਪੱਛਮੀ ਸੱਭਿਆਚਾਰ ਦੇ ਵਿੱਚ ਜਜ਼ਬ ਹੋ ਜਾਣਾ ਸੀਗਾ ਅਤੇ ਆਪਦੀ ਹੋਂਦ ਗਵਾ ਲੈਣੀ ਸੀ,
ਪਰ ਡਾਇਸਪੋਰਾ ਸਰਵਾਈਵ ਹੀ ਨਹੀਂ ਕਰ ਰਿਹਾ, ਥਰਾਈਵ ਵੀ ਕਰ ਰਿਹਾ, ਚੜ੍ਹਦੀ ਕਲਾ ਵੱਲ ਨੂੰ ਜਾ ਰਿਹਾ, ਪੰਜਾਬ ਨਾਲ ਜੁੜ ਰਿਹਾ, ਪੰਜਾਬ ਵਾਸਤੇ ਲੜ ਰਿਹਾ, ਖੜ ਰਿਹਾ। ਉਹਦਾ ਵੱਡਾ ਕਾਰਨ ਇਹ ਹੈ ਕਿ ਡਾਇਸਪੋਰਾ ਜਿਹੜਾ ਉਹਦੀ ਪ੍ਰਾਪਤੀ ਇੱਕ ਮੈਂ ਇਹ ਗਿਣਦਾ ਵੀ ਉਹਨੇ ਗੁਰੂ ਘਰ ਦੀ ਸੰਸਥਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਉਹ ਨਵੀਂ ਦਿਸ਼ਾ ਤੋਂ ਕੀ ਭਾਵ ਹੈ? ਜਿਵੇਂ ਹੁਣ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਕੁਛ ਹਿੱਸਿਆਂ ਦੇ ਵਿੱਚ ਗੁਰੂ ਘਰ ਨੇ, ਉੱਥੇ ਤੁਸੀਂ ਕਿਸੇ ਵੇਲੇ ਵੀ ਜਾਓ ਅਤੇ ਉੱਥੇ ਕੀਰਤਨ ਚੱਲ ਰਿਹਾ ਹੁੰਦਾ ਜਾਂ ਕਥਾ ਚੱਲ ਰਹੀ ਹੁੰਦੀ। ਤੁਸੀਂ ਭਾਵੇਂ ਸਵੇਰੇ 4 ਵਜੇ ਚਲੇ ਜਾਓ, ਭਾਵੇਂ 9 ਵਜੇ ਚਲੇ ਜਾਓ, ਭਾਵੇਂ ਦੁਪਹਿਰੇ ਚਲੇ ਜਾਓ, ਭਾਵੇਂ ਸ਼ਾਮ ਨੂੰ ਚਲੇ ਜਾਓ, ਭਾਵੇਂ ਰਾਤ ਨੂੰ 8-9 ਵਜੇ ਚਲੇ ਜਾਓ, ਸਮਾਪਤੀ ਹੋਣ ਤੱਕ ਦੀਵਾਨ ਦੀ ਉੱਥੇ ਸਮਾਗਮ ਆ ਜਿਹੜੇ ਚੱਲਦੇ ਰਹਿੰਦੇ ਆ। ਪਰ ਜਿਹੜਾ ਪੰਜਾਬ ਦੇ ਇੱਕ ਪਿੰਡ ਦਾ ਗੁਰੂ ਘਰ ਆ, ਉਹਦੇ 'ਚ ਇਹ ਥੋੜ੍ਹੀ ਹੋ ਰਿਹਾ। ਪਿੰਡ ਦੇ ਗੁਰੂ ਘਰ 'ਚ ਇਹ ਨਹੀਂ ਹੋ ਰਿਹਾ। ਜਿਹੜੇ ਵੱਡੇ ਇਤਿਹਾਸਕ ਗੁਰੂ ਘਰ ਆ ਉਹਨਾਂ ਦੇ ਵਿੱਚ ਤਾਂ ਇਹ ਹੋ ਰਿਹਾ, ਪਰ ਪਿੰਡ ਦੇ ਜਾਂ ਸ਼ਹਿਰ ਦੇ ਗੁਰੂ ਘਰ ਦੇ ਵਿੱਚ ਉਨੇ ਪ੍ਰੋਗਰਾਮ ਆ ਜਿਹੜੇ ਰੋਜ਼ਾਨਾ ਜਿਹੜਾ ਉਹ ਨੇਮ ਹੈ ਉਹ ਨਹੀਂ ਹੋ ਰਿਹਾ। ਦੂਜੀ ਗੱਲ ਜਿਹੜੀ ਡਾਇਸਪੋਰਾ ਦੀ ਪ੍ਰਾਪਤੀ ਮੈਂ ਮੰਨਦਾ ਉਹ ਇਹ ਹੈ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ, ਸਾਰਿਆਂ 'ਚ ਨਹੀਂ ਪਰ ਵੱਡੀ ਗਿਣਤੀ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ, ਸੰਥਿਆ ਦੀਆਂ, ਗੱਤਕੇ ਦੀਆਂ, ਕੀਰਤਨ ਦੀਆਂ, ਤੰਤੀ ਸਾਜ਼ਾਂ ਦੀਆਂ। ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਇਹ ਬਹੁਤ ਰੇਅਰ ਹੈ। ਸੋ ਮੇਰੇ ਖਿਆਲ ਦੇ ਵਿੱਚ ਪਹਿਲ ਦੇ ਆਧਾਰ 'ਤੇ ਪਿੰਡ ਦੇ ਗੁਰੂ ਘਰ ਦੇ ਵਿੱਚ ਸੰਥਿਆ ਦੀ ਕਲਾਸ, ਗੱਤਕੇ ਦੀ ਕਲਾਸ, ਤੰਤੀ ਸਾਜ਼ਾਂ ਦੀ, ਕੀਰਤਨ ਦੀ, ਕਵੀਸ਼ਰੀ ਦੀ, ਜਿੰਨੀ ਵੀ ਵੱਧ ਤੋਂ ਵੱਧ ਕੀਤੀ ਜਾ ਸਕਦੀ ਹੈ, ਇਹ ਕਲਾਸਾਂ ਜਿਹੜੀਆਂ ਇਹ ਸ਼ੁਰੂ ਕਰਨੀਆਂ ਚਾਹੀਦੀਆਂ। ਅਤੇ ਇਹਦੇ ਨਾਲ ਹੀ ਸਿੱਖਾਂ ਦਾ ਜਿਹੜਾ ਜ਼ੋਰ ਆ ਜਿਹੜਾ ਉਹ ਬਣਨਾ। ਜਿਹੜੀ ਸਿੱਧੀ ਰਾਜਨੀਤਿਕ ਗਤੀਵਿਧੀ ਹੈ ਨਾ, ਮੇਰੇ ਖਿਆਲ ਦੇ ਵਿੱਚ ਹਾਲ ਦੀ ਘੜੀ ਉਹ ਜਿਵੇਂ ਇੱਕ ਸਮਾਂ ਵਿਅਰਥ ਗਵਾਉਣ ਵਾਲੀ ਗੱਲ ਆ। ਸਿੱਖਾਂ ਨੂੰ ਹੋਰ ਥੋੜ੍ਹਾ ਜਿਹਾ ਇੱਕ ਕਿਸਮ ਦਾ ਸਟੈਪ ਬੈਕ ਲੈ ਕੇ ਅਤੇ ਆਪਣੀ ਗੁਰੂ ਘਰਾਂ ਨੂੰ ਇੱਕ ਕਿਸਮ ਨਾਲ ਜਿਵੇਂ ਚਲਾਉਣਾ ਚਾਹੀਦਾ ਉਵੇਂ ਆਪਣੀ ਉੱਥੇ ਜਿਹੜੀ ਨਵੀਂ ਪੀੜ੍ਹੀ ਨੂੰ ਜੋੜਨ ਦਾ ਜਿਹੜਾ ਸਿੱਖੀ ਨਾਲ ਕਾਰਜ ਹੈ ਉਹਨੂੰ ਜ਼ਿਆਦਾ ਸੀਰੀਅਸਲੀ ਲੈਣਾ ਚਾਹੀਦਾ। ਅਤੇ ਕਿਉਂਕਿ ਸੰਘਰਸ਼ ਬਹੁਤ ਲੰਮਾ ਹੈ ਅਤੇ ਇਸ ਕਰਕੇ ਲੰਮੇ ਨਿਸ਼ਾਨੇ ਰੱਖ ਕੇ ਹੀ ਲੜਿਆ ਜਾ ਸਕਦਾ। ਸੋ ਦੂਜਾ ਸਟੈਪ ਇਹ ਹੈ, ਪਹਿਲਾ ਸਟੈਪ ਜਿਹੜਾ ਸਮਝ ਵਾਲਾ ਕਾਡਰ ਪੈਦਾ ਕਰਨਾ, ਦੂਜਾ ਸਟੈਪ ਇਹ ਹੈ ਅਤੇ ਫਿਰ ਬਾਅਦ 'ਚ ਜਥੇਬੰਦੀਆਂ ਖੜ੍ਹੀਆਂ ਕਰਨੀਆਂ ਜਿਹੜੀਆਂ, ਉਹ ਫਿਰ ਤੀਜਾ ਸਟੈਪ ਹੈ ਇਹਦੇ ਤੋਂ ਬਾਅਦ 'ਚ ਜਿਹਦੇ ਬਾਰੇ ਸੋਚਿਆ ਜਾ ਸਕਦਾ। ਪਰ ਪਹਿਲਾਂ ਇਹ 2 ਸਟੈਪ ਕਰਨੇ ਜ਼ਰੂਰੀ ਹੈ, ਜਿਨ੍ਹਾਂ 'ਤੇ ਘੱਟੋ ਘੱਟ 5 ਸਾਲ ਕੰਮ ਹੋਵੇ ਅਤੇ ਫਿਰ ਜਥੇਬੰਦੀ ਖੜ੍ਹੀ ਕਰਨ ਵੱਲ ਕੰਮ ਕੀਤਾ ਜਾਵੇ। ਨਹੀਂ ਤਾਂ ਆਪਣੇ ਕੀ ਹੁੰਦਾ ਵੀ ਥੋੜ੍ਹੇ ਜਿਹੇ 5-7 ਬੰਦੇ ਰਲ ਕੇ ਇੱਕ ਜਥੇਬੰਦੀ ਖੜ੍ਹੀ ਕਰ ਲੈਂਦੇ ਨੇ ਅਤੇ ਉਹ ਪ੍ਰੈਸ ਨੋਟ ਜਾਰੀ ਕਰ ਦਿੰਦੇ ਆ ਵੀ ਅਸੀਂ ਆਹ ਜਥੇਬੰਦੀ ਬਣਾ ਲਈ ਜੀ, ਅਤੇ ਸਾਲ ਬਾਅਦ ਉਹ ਜਥੇਬੰਦੀ ਕਿਤੇ ਲੱਭਦੀ ਨਹੀਂ। ਸੋ ਮੈਂ ਕਹਿੰਦਾ ਵੀ ਇਹ ਫਜ਼ੂਲ ਦੀ ਐਕਸਰਸਾਈਜ਼ 'ਚੋਂ ਨਿਕਲਣਾ ਚਾਹੀਦਾ ਅਤੇ ਥੋੜ੍ਹੇ ਜਿਹੇ ਪਿੱਛੇ ਹਟ ਕੇ ਥੋੜ੍ਹੇ ਜਿਹੇ ਜ਼ਿਆਦਾ ਜਿਹੜੇ ਮੁੱਢਲੇ ਕੰਮ ਆ ਜਿਹੜੇ ਉਹ ਕਰਨੇ ਚਾਹੀਦੇ ਆ ਪਹਿਲਾਂ। ਹਾਂਜੀ, ਬਿਲਕੁਲ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਸ ਚੀਜ਼ ਦਾ ਦੱਸਿਆ ਵੀ ਕਿਵੇਂ ਅਕੈਡਮਿਕਸ ਦੇ ਲੈਵਲ ਤੇ, ਇੰਟਲੈਕਟ ਦੇ ਲੈਵਲ ਤੇ ਵੀ ਕੰਮ ਕੀਤਾ ਜਾਏ, ਐਟ ਸੇਮ ਟਾਈਮ ਉਹਨੂੰ ਟ੍ਰੈਡੀਸ਼ਨ ਦੇ ਲੈਵਲ ਤੇ ਵੀ, ਉਹਨੂੰ ਸਪਿਰਿਚੁਅਲੀ ਵੀ ਸਿੱਖ ਪਹਿਲਾਂ ਉਸ ਪੱਧਰ ਤੇ ਤਿਆਰ ਹੋਣ ਤਾਂ ਹੀ ਜਥੇਬੰਦੀਆਂ ਜਿਹੜੀਆਂ ਕਿਸੇ ਤਰ੍ਹਾਂ ਦਾ ਸਕਸੈਸ ਅਚੀਵ ਕਰ ਸਕਦੀਆਂ। ਆਖਰੀ ਦੇਖੋ ਸਵਾਲ ਮੈਂ ਇੱਥੇ ਇੱਕ ਗੱਲ ਚਾਹੁੰਦਾ ਇੱਥੇ। ਹਾਂਜੀ, ਗੁਰਬਾਣੀ ਦੀ ਸੰਥਿਆ, ਮੈਨੂੰ ਨਿੱਕੇ ਹੁੰਦੇ ਨੂੰ ਇਹ ਸਿੱਖਿਆ ਮਿਲੀ ਵੀ ਸੰਥਿਆ ਤੋਂ ਬਿਨਾਂ ਪਾਠ ਨਹੀਂ ਕਰਨਾ ਚਾਹੀਦਾ, ਸੰਥਿਆ ਲੈਣੀ ਚਾਹੀਦੀ ਹੈ। ਅਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਸੰਥਿਆ ਜਿਹੜੀ ਉਹ ਪ੍ਰਾਪਤ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਮੈਂ ਇਹ ਸਮਝਦਾ ਹਾਂ ਵੀ ਅੱਜ ਸਾਨੂੰ ਦੁਨੀਆ ਭਰ ਦੇ ਵਿੱਚ ਇਹ ਸੱਭਿਆਚਾਰ ਬਣਾਉਣਾ ਚਾਹੀਦਾ ਵੀ ਹਰ ਸਿੱਖ ਬੱਚਾ ਜਿਹੜਾ ਉਹ ਸੰਥਿਆ ਪ੍ਰਾਪਤ ਕਰਨਾ ਜਿਹੜਾ ਉਹਦੇ ਵਾਸਤੇ ਜ਼ਰੂਰੀ ਹੋਵੇ, ਅਤੇ ਇਹ ਸਾਡਾ ਪਹਿਲਾ ਸਟੈਪ ਹੋਣਾ ਚਾਹੀਦਾ। ਅਤੇ ਜੇ ਅਸੀਂ ਇਹ ਸਟੈਪ ਕਰ ਗਏ ਫਿਰ ਮੈਨੂੰ ਲੱਗਦਾ ਵੀ ਪੰਥ ਦੀ ਚੜ੍ਹਦੀ ਕਲਾ ਦੁਨੀਆ ਭਰ ਦੇ ਵਿੱਚ ਉਹਨੂੰ ਕੋਈ ਦੁਨੀਆ ਤਾਕਤ ਰੋਕ ਨਹੀਂ ਸਕਦੀ ਜੇ ਇਕੱਲੇ ਇਹੀ ਕੰਮ ਕਰ ਗਏ, ਅਤੇ ਬਾਕੀ ਸਾਰਾ ਕੁਛ ਇਹਦੇ ਵਿੱਚ ਹੀ ਆ ਜਾਣਾ। ਸੋ ਇੱਥੋਂ ਸ਼ੁਰੂ ਕਰਨੀ ਚਾਹੀਦੀ ਗੱਲ ਸਾਨੂੰ। ਹਾਂਜੀ, ਬਿਲਕੁਲ ਜੀ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਜੇ ਇਹ ਸੰਘਰਸ਼ 'ਚ ਵੀ ਵੇਖੀਏ ਤਾਂ ਜਿਹੜੀਆਂ ਸਿੱਖ ਵੈਲਿਊਜ਼ ਆ ਉਹਨਾਂ ਦੇ ਸਿਰ ਤੇ ਹੀ ਜਿਹੜਾ ਐਡਾ ਵੱਡਾ ਸੰਘਰਸ਼ ਲੜਿਆ ਗਿਆ। ਆਖਰੀ ਸਵਾਲ ਮੇਰਾ ਇਹ ਹੈ ਕਿ ਜਿਹੜਾ ਹੁਣ ਇੰਡੀਅਨ ਸਟੇਟ ਨੇ ਸਿੱਖ ਡਾਇਸਪੋਰਾ ਨੂੰ ਇੱਕ ਚੈਲੰਜ ਵਜੋਂ ਦੇਖਣਾ ਸ਼ੁਰੂ ਕੀਤਾ ਹੈ, ਚੈਲੰਜ ਵਜੋਂ ਤਾਂ ਖੈਰ ਉਹ ਪਹਿਲੇ ਦਿਨ ਤੋਂ ਹੀ ਦੇਖਦੀ ਆ,
ਪਰ ਉਹਦੇ ਉੱਪਰ ਉਹਨੇ ਹੁਣ ਕੰਮ ਵੀ ਕਰਨਾ ਹੈ। ਕਈ ਨਾਮਵਰ ਇੰਸਟੀਚਿਊਟਸ ਨੇ, ਕਈ ਨਾਮਵਰ ਪੱਤਰਕਾਰ ਨੇ, ਕਈ ਨਾਮਵਰ ਥਿੰਕਰ ਨੇ ਜਿਨ੍ਹਾਂ ਨੂੰ ਇਸ ਪਾਸੇ ਲਾਇਆ ਹੋਇਆ। ਸਿੱਖ ਸਟਰਗਲ ਨੂੰ ਕੋਈ ਇਹ ਹੋਰ ਤਰੀਕੇ ਨਾਲ ਪੋਰਟਰੇ ਕਰਨਾ, ਜਿਵੇਂ ਹੁਣ BBC ਵੱਲੋਂ ਵੀ ਹਾਲ ਦੀ ਘੜੀ ਇਹ ਦਿਖਾਇਆ ਗਿਆ ਕਿਵੇਂ ਵੀ ਅਕਾਊਂਟਸ ਬਣਾਏ ਨੇ, ਜਾਂ ਕਈ ਇੰਸਟੀਚਿਊਟ ਇਹੋ ਜਿਹੀਆਂ ਰਿਪੋਰਟਾਂ ਐਨੂਅਲੀ ਰਿਲੀਜ਼ ਕਰਦੇ ਨੇ ਜਿਹਦੇ ਵਿੱਚ ਸਿੱਖ ਸੰਘਰਸ਼ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਹੋਰ ਫੋਰਸ ਵੱਲੋਂ ਡਰਾਈਵ ਕੀਤਾ ਜਾ ਰਿਹਾ। ਇਹ ਜਿਹੜੇ ਚੈਲੰਜਸ ਜਿਹੜੇ ਆ ਰਹੇ ਨੇ, ਜਿਹੜੇ ਡਾਇਸਪੋਰਾ ਨੂੰ, ਉਸ ਤੋਂ ਇਲਾਵਾ ਲਿਸਟਾਂ ਵੀ ਤਿਆਰ ਕਰਨੀਆਂ, ਉਹਨਾਂ ਦੀ ਇੰਡੀਆ ਆਉਣ ਤੇ ਬੈਨ, ਇਹਨਾਂ ਚੈਲੰਜਸ ਨੂੰ ਡਾਇਸਪੋਰਾ ਕਿਵੇਂ ਦੇਖਦਾ ਹੈ? ਦੇਖੋ, ਜਿਹੜੀ ਕੋਈ ਵੀ ਕੌਮ, ਕਿਸੇ ਵੀ ਕੌਮ ਦੀ ਸਪਿਰਿਟ ਹੈ ਜਿਹੜੀ, ਉਸ ਸੰਘਰਸ਼ਾਂ ਦੇ ਰਾਹੀਂ ਹੀ ਨਿਖਰਦੀ ਹੈ। ਜਦੋਂ ਕੋਈ ਕੌਮ ਸੰਘਰਸ਼ ਤੋਂ ਟੁੱਟ ਜਾਂਦੀ ਹੈ, ਉਦੋਂ ਫਿਰ ਉਹਦੀ ਸਪਿਰਿਟ ਉਹ ਵੀ ਧੁੰਦਲੀ ਪੈਣੀ ਸ਼ੁਰੂ ਹੋ ਜਾਂਦੀ ਹੈ, ਉਹ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ, ਅਤੇ ਕੌਮ ਆ ਜਿਹੜੀ ਉਹ ਰਸਾਤਲ ਦੇ ਵਿੱਚ ਚਲੀ ਜਾਂਦੀ ਹੈ। ਜਿਹੜਾ ਜ਼ਬਰ ਹੈ ਨਾ, ਜਿਹੜਾ ਭਾਰਤ ਸਰਕਾਰ ਵੱਲੋਂ ਵੱਖੋ ਵੱਖਰੇ ਤਰੀਕਿਆਂ ਨਾਲ, ਭਾਵੇਂ ਉਹ ਨੈਰੇਟਿਵ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਉਹ ਸਰੀਰਕ ਹਿੰਸਾ ਦੇ ਰੂਪ ਦੇ ਵਿੱਚ ਹੋਵੇ, ਜਿਹੜੀ ਜ਼ਬਰ ਦੀ ਲਹਿਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਦੁਨੀਆ ਭਰ ਦੇ ਵਿੱਚ, ਅਤੇ ਡਾਇਸਪੋਰਾ ਦੇ ਵਿੱਚ ਵੀ, ਸੋਸ਼ਲ ਮੀਡੀਆ ਦੇ ਰਾਹੀਂ ਵੀ, ਹੋਰਾਂ ਤਰੀਕਿਆਂ ਰਾਹੀਂ ਵੀ, ਸਰਕਾਰ ਨੂੰ ਕਿਤੇ ਨਾ ਕਿਤੇ ਇਹ ਗੱਲ ਭੁੱਲ ਗਈ ਹੈ ਬਈ ਇਸ ਜ਼ਬਰ ਨੇ ਸਿੱਖਾਂ ਦੀ ਸਪਿਰਿਟ ਨੂੰ ਦੇ ਅੰਦਰ ਰੋਹ ਦੀ ਅੱਗ ਬਾਲਣੀ ਹੈ, ਅਤੇ ਉਹ ਰੋਹ ਦੀ ਅੱਗ ਆ ਜਿਹੜੀ ਉਹਨੇ ਫਿਰ ਬੁਝਾਇਆ ਬੁਝਣਾ ਨਹੀਂ ਗਾ, ਉਹਨੇ ਹੋਰ ਤਿੱਖੀ ਹੁੰਦੀ ਜਾਣਾ। ਜਿੰਨਾ ਸਰਕਾਰ ਜ਼ਬਰ ਕਰੂਗੀ, ਇਹੀ ਸਾਡਾ ਇਤਿਹਾਸ ਆ ਕਿ ਜਿੰਨਾ ਜ਼ਬਰ ਹੁੰਦਾ ਓਨਾ ਹੀ ਸਾਡਾ ਸੰਘਰਸ਼ ਜਿਹੜਾ ਹੋਰ ਨਿਖਰਦਾ, ਓਨੀ ਸਾਡੀ ਚੇਤਨਾ ਜਿਹੜੀ ਹੈ ਉਹ ਹੋਰ ਪ੍ਰਬੁੱਧ ਹੁੰਦੀ ਹੈ, ਤੀਖਣ ਹੁੰਦੀ ਹੈ, ਅਤੇ ਸੰਘਰਸ਼ ਨੂੰ ਉਹ ਹੋਰ ਬੁਲੰਦੀ ਵੱਲ ਨੂੰ ਲੈ ਜਾਂਦੀ ਹੈ। ਸੋ ਅੱਜ ਜਿਹੜੀ ਨਾ, ਦੇਖੋ, ਮੈਂ ਇਹ ਸਮਝਦਾ ਵੀ ਜਿਹੜਾ ਮਨ ਹੈ ਬੰਦੇ ਦਾ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖਿਆ ਕਿ ਜਿਹੜੀ ਕਿਰਪਾਨ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਇਹ ਗੁਰੂ ਦੇ ਰੰਗ ਦੇ ਵਿੱਚ ਤੀਖਣ ਹੋਇਆ, ਰੰਗਿਆ ਹੋਇਆ, ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਮਨ ਆ ਜਿਹੜਾ, ਉਹਦਾ ਪ੍ਰਤੀਕ ਹੈ ਕਿਰਪਾਨ। ਅਤੇ ਬਹੁਤ ਵੱਡੀ ਗੱਲ ਹੈ ਇਹ। ਕਿਉਂ? ਅਫਰੀਕਾ ਦਾ ਇੱਕ ਵਿਦਵਾਨ ਹੋਇਆ ਸਟੀਵ ਬੀਕੋ, ਉਹਨੇ ਇੱਕ ਬੜੀ ਵਧੀਆ ਗੱਲ ਲਿਖੀ। ਉਹ ਕਹਿੰਦਾ ਵੀ ਦੀ ਮਾਈਂਡ ਆਫ ਦੀ ਓਪਰੈਸਡ ਇਜ਼ ਦੀ ਮੋਸਟ ਪੋਟੈਂਟ ਵੈਪਨ ਇਨ ਦੀ ਹੈਂਡਸ ਆਫ ਦੀ ਓਪਰੈਸਡ। ਵੀ ਜਿਹੜਾ ਜਾਬਰ ਦੇ ਹੱਥ ਦੇ ਵਿੱਚ ਮਜ਼ਲੂਮ ਦਾ ਮਨ ਆ ਜਿਹੜਾ, ਉਹ ਸਭ ਤੋਂ ਤਾਕਤਵਰ ਹਥਿਆਰ ਹੁੰਦਾ। ਪਰ ਮੈਂ ਕਹਿੰਦਾ ਕਿ ਜਦੋਂ ਉਹ ਮਨ ਜਿਹੜਾ ਮਜ਼ਲੂਮ ਹੈ ਜਾਂ ਜਿਹਦੇ 'ਤੇ ਜ਼ੁਲਮ ਹੋ ਰਿਹਾ, ਜਦੋਂ ਉਹ ਆਪਦੇ ਮਨ ਨੂੰ ਆਪਦੇ ਹਿਸਾਬ ਨਾਲ ਵਰਤਣਾ ਸਿੱਖ ਜਾਵੇ ਅਤੇ ਉਹਨੂੰ ਜ਼ਬਰ ਦੇ ਵਿਰੁੱਧ ਵਰਤਣ ਲੱਗ ਜੇ, ਅਤੇ ਫਿਰ ਉਦੋਂ ਤਕੜਾ ਹਥਿਆਰ ਦੁਨੀਆ 'ਤੇ ਹੋਰ ਕੋਈ ਨਹੀਂ। ਸੋ ਅੱਜ ਵੀ ਸਾਡੀ ਸਥਿਤੀ ਇਹ ਹੈ ਕਿ ਜਿਹੜੀ ਲੜਾਈ ਹੈ ਨਾ, ਜਿਹੜੀ ਅੱਜ ਕੱਲ੍ਹ ਚੱਲ ਰਹੀ, ਇਹਨੂੰ ਨਾਂ ਦਿੱਤਾ ਵਿਦਵਾਨਾਂ ਨੇ ਸਾਈਕੋਪੋਲਿਟਿਕਸ। ਸਾਈਕੋਪੋਲਿਟਿਕਸ ਤੋਂ ਭਾਵ ਕੀ ਹੈ? ਬਈ ਲੜਾਈ ਮਨੁੱਖੀ ਦੇਹ ਦੇ ਉੱਤੇ ਕਬਜ਼ੇ ਤੋਂ ਅੱਗੇ ਲੰਘ ਕੇ ਮਨੁੱਖੀ ਮਨ ਦੇ ਉੱਤੇ ਕਬਜ਼ੇ ਦੇ ਰੂਪ ਦੇ ਵਿੱਚ ਪਲਟ ਗਈ ਹੈ। ਸਾਈਕੋਪੋਲਿਟੀਕਲ ਹੋ ਗਈ ਸਟਰਗਲ ਸਾਰੀ। 20ਵੀਂ ਸਦੀ ਦੇ ਵਿੱਚ ਸਟਰਗਲ ਬਾਇਓਪੋਲੀਟੀਕਲ ਸੀ, 21ਵੀਂ ਸਦੀ ਦੀ ਸਟਰਗਲ ਹੈ ਜਿਹੜੀ ਉਹ ਸਾਈਕੋਪੋਲਿਟੀਕਲ ਹੈ। ਅਤੇ ਸਾਈਕੋਪੋਲਿਟੀਕਲ ਸਟਰਗਲ ਦੇ ਵਿੱਚ ਸਿੱਖਾਂ ਦਾ ਹੱਥ ਉੱਤੇ ਹੈ, ਕਿਉਂਕਿ ਸਿੱਖਾਂ ਕੋਲ ਇੱਕ ਦਾਤ ਹੈ, ਇੱਕ ਬਖਸ਼ਿਸ਼ ਹੈ ਗੁਰਬਾਣੀ ਦੇ ਰੂਪ ਦੇ ਵਿੱਚ, ਜਿਹੜੀ ਸਾਡੇ ਮਨ ਨੂੰ ਸਸ਼ਕਤ ਕਰਦੀ ਹੈ, ਉਹਨੂੰ ਐਮਪਾਵਰ ਕਰਦੀ ਹੈ, ਅਤੇ ਉਹਨੂੰ ਇੱਕ ਉਹਦੇ ਵਿੱਚੋਂ ਨਾ ਵਲ ਵਿੰਗ ਕੱਢ ਦਿੰਦੀ ਹੈ। ਵੀ ਜਿਵੇਂ ਤੀਰ ਵਾਂਗੂ ਸਿੱਧਾ, ਆਪਾਂ ਪੰਜਾਬੀ ਦੇ ਵਿੱਚ ਮੁਹਾਵਰਾ ਵਰਤਦੇ ਨਾ, ਵੀ ਤੀਰ ਵਾਂਗੂ ਸਿੱਧਾ। ਤੀਰ ਨਿਸ਼ਾਨੇ 'ਤੇ ਉਦੋਂ ਹੀ ਲੱਗਦਾ ਜਦੋਂ ਉਹ ਸਿੱਧਾ ਹੋਵੇ, ਉਹਦੇ 'ਚ ਵਲ ਵਿੰਗ ਨਾ ਹੋਵੇ। ਜੇ ਉਹਦੇ 'ਚ ਇੰਨਾ ਵੀ ਵਲ ਪੈ ਜਾਵੇ, ਨਹੁੰ ਜਿੰਨਾ ਵੀ, ਅਤੇ ਉਹ ਫਿਰ ਨਿਸ਼ਾਨੇ 'ਤੇ ਨਹੀਂ ਲੱਗ ਸਕਦਾ। ਉਵੇਂ ਹੀ ਸਾਡਾ ਮਨ ਹੈ। ਜਦੋਂ ਸਾਡੇ ਮਨ ਆ ਜਿਹੜਾ ਸਾਡਾ ਗੁਰਬਾਣੀ ਦੇ ਰੰਗ 'ਚ ਰੰਗਿਆ ਜਾਊਗਾ, ਇਹ 'ਚੋਂ ਖੋਟਾਂ ਨਿਕਲਣਗੀਆਂ, ਅਤੇ ਇਹਨੇ ਸਾਡੀ ਪੋਲੀਟਿਕਸ ਨੂੰ ਬਹੁਤ ਜ਼ਿਆਦਾ ਪਾਵਰਫੁਲ ਬਣਾ ਦੇਣਾ। ਪਰ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਮਨ ਦੀ ਜਿਹੜੀ ਆਪਣੀ ਸਫਾਈ ਹੈ, ਉਹਦੇ ਵਾਸਤੇ ਪੋਲੀਟੀਕਲ ਪ੍ਰੋਸੈਸ ਨੂੰ ਰੋਕਣ ਦੀ ਲੋੜ ਨਹੀਂ ਹੁੰਦੀ। ਕਈ ਲੋਕ ਇਹਨੂੰ ਬਹੁਤ ਗਲਤ ਸਮਝਦੇ ਆ ਕਿ ਦੇਖੋ ਜੀ, ਪਹਿਲਾਂ ਇਹ ਕੰਮ ਕਰੋ ਅਤੇ ਫਿਰ ਤੁਸੀਂ ਰਾਜਨੀਤਿਕ ਗੱਲ ਕਰੇ। ਨਹੀਂ, ਜਿਹੜਾ ਰਾਜਨੀਤਿਕ ਸੰਘਰਸ਼ ਹੈ ਉਹ ਵੀ ਸਾਡੇ ਮਨ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦਾ ਸਾਧਨ ਹੈ।
ਸੋ ਦੋਵੇਂ ਗੱਲਾਂ ਇਕੱਠੀਆਂ ਚੱਲਦੀਆਂ। ਸੋ ਕਈ ਸਾਡੇ ਵਿਦਵਾਨ ਸੱਜਣ ਉਹ ਇਸ ਗੱਲ ਬਾਰੇ ਬਹੁਤ ਸੰਗਤ ਦੇ ਵਿੱਚ ਭੁਲੇਖਾ ਖੜਾ ਕਰ ਰਹੇ ਆ। ਜਿਵੇਂ ਇਹਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ, ਬਹੁਤ ਵੱਡੇ ਵੱਡੇ ਖਾੜਕੂ ਸੰਘਰਸ਼ ਦੇ ਵਿੱਚ ਨਾਂ ਸੀ ਜਿਨ੍ਹਾਂ ਦੇ ਖਾੜਕੂ ਸੰਘਰਸ਼ ਦੇ ਵਿੱਚ ਆਉਣ ਤੋਂ ਪਹਿਲਾਂ ਜੀਵਨ ਦੇ ਵਿੱਚ ਸਿੱਖੀ ਨਹੀਂ ਸੀ ਹੈਗੀ, ਪਰ ਜਦੋਂ ਹੀ ਉਹਨਾਂ ਨੇ ਇਸ ਸੰਘਰਸ਼ 'ਚ ਪੈਰ ਪਾਇਆ ਉਹਨਾਂ ਦਾ ਜੀਵਨ ਜਿਹੜਾ ਨਾਮ ਬਾਣੀ ਨਾਲ ਭਰਪੂਰ ਹੋ ਗਿਆ। ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਬਹੁਤ ਵੱਡੀ ਉਦਾਹਰਨ ਨੇ ਇਸ ਗੱਲ ਦੀ। ਸੋ ਪਹਿਲਾਂ ਮਗਰੋਂ ਦੀ ਗੱਲ ਨਹੀਂ ਕੀ, ਰਾਜਨੀਤਿਕ ਸੰਘਰਸ਼ ਆ ਜਿਹੜਾ ਉਹਨੇ ਨਾਲ ਹੀ ਚੱਲਣਾ ਤੇ ਉਹਨੇ ਹੀ ਸਾਨੂੰ ਨਾਮ ਬਾਣੀ ਨਾਲ ਜੋੜਨਾ। ਸ਼ਰਤ ਸਿਰਫ ਇਹ ਹੈ ਕਿ ਸਾਡੀ ਨਿਗਾਹ ਜਿਹੜੀ ਉਹਦੇ ਵਿੱਚ ਦਵੈਤ ਨਾ ਪੈਦਾ ਹੋਵੇ। ਜਿਵੇਂ ਜਿਹੜੀ ਰਿਲੀਜਨ ਤੇ ਪੋਲੀਟਿਕਸ ਦੀ, ਸਪਿਰਿਚੁਅਲਿਟੀ ਤੇ ਪੋਲੀਟਿਕਸ ਦੀ ਦਵੈਤ ਪੱਛਮ ਦੇ ਵਿੱਚ ਹੈ, ਉਹ ਦਵੈਤ ਦੇ ਅਸੀਂ ਸ਼ਿਕਾਰ ਨਾ ਹੋ ਜਾਈਏ। ਸਾਡੇ ਵਾਸਤੇ ਮੀਰੀ ਪੀਰੀ ਹੈ ਜਿਹੜੀ ਉਹ ਇਕੱਠੀ ਚੱਲੇ, ਪੋਲੀਟਿਕਸ ਵੀ ਇਕੱਠੀ ਚੱਲੇ, ਸਪਿਰਿਚੁਅਲਿਟੀ ਵੀ ਸਾਡੀ ਉਹਦੇ ਨਾਲ ਹੀ ਚੱਲੇ, ਤੇ ਫਿਰ ਹੀ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋਣੀਆਂ। ਨਹੀਂ ਤਾਂ ਉਹ ਜਦੋਂ ਵਿਛੜ ਜਾਂਦੀਆਂ ਫਿਰ ਉਹ ਪ੍ਰਵਾਨ ਨਹੀਂ ਹੁੰਦੀਆਂ। ਠੀਕ ਹੈ ਭਾਜੀ, ਮੈਨੂੰ ਲੱਗਦਾ ਕਿ ਆਪਾਂ ਜਿਹੜਾ ਸੰਘਰਸ਼ ਤੇ ਉਹਦੇ ਵਿੱਚ ਸਿੱਖਾਂ ਦਾ ਤੇ ਸਿੱਖ ਡਾਇਸਪੋਰਾ ਦਾ ਯੋਗਦਾਨ ਉਹਦੇ ਨਾਲ ਲੱਗਦੇ ਕਾਫੀ ਹੱਦ ਤੱਕ ਸਵਾਲ ਕਵਰ ਕਰ ਲੈਣ, ਤੇ ਆਪਾਂ ਭਵਿੱਖ ਦੇ ਵਿੱਚ ਵੀ ਦਰਸ਼ਕਾਂ ਦੇ ਨਾਲ ਅਜਿਹੇ ਮੁੱਦੇ ਲੈ ਕੇ ਰੂਬਰੂ ਹੁੰਦੇ ਰਵਾਂਗੇ। ਸਿੱਖ ਨਜ਼ਰੀਆ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।